प्रोग्राम गल्लां ते गीत मैं हाँ परमवीर। हर रोज़ तुसी देखते हो जी प्रोग्राम गल्लां ते गीत और हर रोज़ असी एक नवे विषय दे नाल मिलते हैं। सो हर विषय जिहड़ा है सानू कोई ना कोई जानकारी दे के जाता है। तो जे गल सेहत की की जाए तो सेहत बारे जानकार होना बहुत ज़रूरी है। अपनी सेहत बारे जानकारी होना बहुत ज़रूरी है। जागरूकता बहुत ज़रूरी है क्योंकि सेहत बहुत ज़रूरी है। कई बार की हुंदा है असी कई सारिया बीमारियां दे शिकार हो जाते हैं पर असी उन्हां बीमारियां तो जागरूक नहीं होंगे। सो अज दा विशा जिहड़ा है वो बीमारियां संबंधी जागरूकता है। सो वो किहड़ियां बीमारियां उन्हां बारे तुहानूं दस दईए जिहदे बारे अज असी गल करनी है जी। सब तो पहलां असी गल करांगे HIV एड्स बारे, उस तो बाद गल होएगी TB बारे ते फिर होएगी जॉन्डिस यानी कि काला पीलिया। सो इन्हां तिन्नां बीमारियों बारे विस्तार दे नाल जाणांगे की कारण ने, की लक्षण ने और किस तरह इन्हां ते रोकथाम लाई जा सकती है और सरकार की कुछ कर रही है इन्हां लोकां वास्ते। सो बिना किसी देरी तो तुहानूं अज दे खास मेहमान दे नाल मिला दईए। साडे कोल पहुंचे ने जी श्री पुनीत कुमार जी जो कि नैशनल एड्स कंट्रोल सोसाइटी के प्रोजैक्ट कोआर्डीनेटर ने। तुहाडा बहुत बहुत स्वागत करते हैं प्रोग्राम दे विच। धन्यवाद जी। मेरा नाम पुनीत कुमार है तो मैं एज ए प्रोजैक्ट कोआर्डीनेटर काम कर रहा हाँ NCPI+। NCPI+ मीन नैशनल कोलिशन पीपल लिविंग विद HIV तो मैं 3 ਜ਼ਿਲ੍ਹਿਆਂ ਨੂੰ देख रहा हाँ, गुरदासपुर, पठानकोट ਤੇ ਹੁਸ਼ਿਆਰਪੁਰ। इन्हां ਤਿੰਨਾਂ ਜ਼ਿਲ੍ਹਿਆਂ ਵਿੱਚ जो भी HIV ਨੂੰ ਲੈ ਕੇ सहूलतां ਦਿੱਤੀਆਂ ਜਾਂਦੀਆਂ ਹਨ ਉਹ ਅਸੀਂ ਦੇਖ ਰਹੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਵਾਂ, ਮੇਰੇ ਜਿਹੜੇ ਪ੍ਰੋਗਰਾਮ ਦਾ ਨਾਂ ਹੈਗਾ ਉਹ ਹੈ ਕੇਅਰ ਐਂਡ ਸਪੋਰਟ ਸੈਂਟਰ ਵਿਹਾਨ। ਵਿਹਾਨ ਦੇ ਵਿੱਚ ਅਸੀਂ ਜੋ ਵੀ HIV ਪੋਜ਼ਿਟਿਵ ਪੇਸ਼ੈਂਟ ਪਾਏ ਜਾਂਦੇ ਹਨ ART ਸੈਂਟਰ ਤੋਂ ਉਹਨਾਂ ਨੂੰ ਟਰੈਕ ਕਰਕੇ ਉਹਨਾਂ ਨੂੰ ਆਪਣੇ ਨਾਲ ਲਿੰਕ ਕਰਕੇ ਜੋ ਵੀ ਉਹਨਾਂ ਦੀਆਂ ਮੁੱਢਲੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। जी तुहाडा बहुत बहुत स्वागत करते हैं प्रोग्राम गल्लां दी। धन्यवाद जी। जी सब तो पहला आपां HIV एड्स बारे जान लैंदे हां जी। की है ये बीमारी, सानू सब तो पहला इस दे बारे विस्तार नाल दसो जी। HIV एड्स हर कोई जो HIV ਦਾ ਨਾਂ ਸੁਣਦਾ ਹੈ ਤਾਂ ਉਹ ਸਮਝਦੇ ਹਨ ਕਿ ਏਡਸ ਹੋ ਗਿਆ, ਜਦ ਕਿ ਇਹ ਦੋਨਾਂ ਵਿੱਚ ਫਰਕ ਹੈਗਾ। HIV ਸਿਰਫ ਇੱਕ ਇਨਫੈਕਸ਼ਨ ਹੈ जी और HIV ਇਨਫੈਕਸ਼ਨ ਉਦੋਂ ਜਾ ਕੇ ਏਡਸ ਦਾ ਰੂਪ ਧਾਰਨ ਕਰ ਲੈਂਦੇ ਹਨ ਜਦੋਂ HIV ਦੀ ਰੋਕਥਾਮ ਨਾ ਕੀਤੀ ਜਾਂਦੇ, ਇਹਨੂੰ ਕੰਟਰੋਲ ਨਾ ਕੀਤਾ ਜਾਵੇ। ਕੰਟਰੋਲ ਮੀਨ ਕਹਿਣ ਦਾ ਮਤਲਬ ਹੈਗਾ ਕਿ ਜੋ ਵੀ ਇਹਦਾ ਟ੍ਰੀਟਮੈਂਟ, ਜੋ ਵੀ ਇਹਦੀਆਂ ਦਵਾਈਆਂ ਹਨ, ਅਗਰ HIV ਅਗਰ ਕਿਸੇ ਵਿੱਚ ਪਾਈ ਜਾਂਦੀ ਹੈ, ਟੈਸਟ ਦੇ ਦੌਰਾਨ ਇਹ ਚੀਜ਼ ਦਾ ਪਤਾ ਲੱਗਦਾ ਹੈ। ਅਗਰ HIV ਪਾਈ ਜਾਂਦੀ ਹੈ ਤੇ ਉਹਨਾਂ ਨੂੰ ਨਾਲ ਦੇ ਨਾਲ ਹੀ ਇਸ ਦਾ ਟ੍ਰੀਟਮੈਂਟ ਇਲਾਜ ਜੋ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ ਉਸ ਨੂੰ ਲੈ ਲੈਣਾ ਚਾਹੀਦਾ ਹੈ। ਇਸ ਇਲਾਜ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਚਾਰਜਸ ਨਹੀਂ ਲੱਗਦਾ, ਕੋਈ ਵੀ ਪੈਸਾ ਨਹੀਂ ਲੱਗਦਾ ਹੈਗਾ, ਇਹ ਬਿਲਕੁਲ ਮੁਫਤ ਹੈਗਾ। HIV ਇੱਕ ਵਾਇਰਸ ਹੈ ਔਰ ਇਹ ਵਾਇਰਸ ਨੂੰ ਅਗਰ ਅਸੀਂ ਕੰਟਰੋਲ ਨਹੀਂ ਕਰਦੇ ਤਾਂ ਕੱਲ੍ਹ ਨੂੰ ਇਹੀ ਰੂਪ ਏਡਸ ਦਾ ਧਾਰਨ ਕਰ ਲੈਂਦਾ ਹੈ। ਔਰ ਏਡਸ ਕਿਸੇ ਬਿਮਾਰੀ ਦਾ ਨਾਂ ਨਹੀਂ ਹੈਗਾ, ਏਡਸ ਗਰੁੱਪ ਹੈ ਬਿਮਾਰੀਆਂ ਦਾ। ਜਿਵੇਂ ਕਿ ਕਾਫੀ ਸਾਰੀਆਂ ਬਿਮਾਰੀਆਂ ਇਕੱਠੀਆਂ ਲੱਗ ਜਾਣੀਆਂ ਅਤੇ ਉਹਨਾਂ ਦਾ ਇਲਾਜ ਨਾ ਮਿਲਣ ਕਰਕੇ ਇਨਸਾਨ ਦੀ ਡੈਥ ਵੀ ਹੋ ਸਕਦੀ ਹੈ। ਤਾਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਕਿ ਸਾਨੂੰ ਇਸ ਚੀਜ਼ ਦਾ ਪਹਿਲੇ ਪਤਾ ਹੋਣਾ ਚਾਹੀਦਾ ਹੈ ਕਿ HIV ਏਡਸ ਡਿਫਰੈਂਟ ਹੈਗਾ ਜੀ। ਕਿਉਂਕਿ ਅਸੀਂ ਅਕਸਰ ਦੋਵਾਂ ਚੀਜ਼ਾਂ ਨੂੰ ਇਕੱਠਾ ਹੀ ਲੈਂਦੇ ਹਾਂ ਕਿ HIV ਏਡਸ। ਇਹ ਤੁਸੀਂ ਬਿਲਕੁਲ ਗੱਲ ਕਲੀਅਰ ਕਰ ਦਿੱਤੀ ਹੈ ਕਿ HIV ਜਿਹੜੀ ਆ ਉਹ ਅਲੱਗ ਹੈ ਔਰ ਏਡਸ ਜਿਹੜਾ ਹੈ ਉਸ ਤੋਂ ਬਾਅਦ ਉਹਦਾ ਰੂਪ ਧਾਰਨ ਕਰਦਾ ਹੈ। ਸੋ ਜਿਵੇਂ ਤੁਸੀਂ ਦੱਸਿਆ ਕਿ ਸਮੇਂ ਸਿਰ ਪਤਾ ਲੱਗਣਾ ਬਹੁਤ ਜ਼ਰੂਰੀ ਹੈ, ਤੇ ਕਿਸ ਤਰ੍ਹਾਂ ਪਤਾ ਲੱਗਿਆ ਜਾ ਸਕਦਾ ਹੈ, ਕੀ ਲੱਛਣ ਨੇ, ਸਿੰਪਟਮਸ ਨੇ ਜੇ ਕੋਈ HIV ਪੋਜ਼ਿਟਿਵ ਹੈ? ਜੀ HIV ਦਾ ਮੈਮ ਪਤਾ ਲੱਗਣਾ ਐਵੇਂ ਹੈ ਕਿ ਜੇ ਕਿਸੇ ਨੂੰ ਆਪਣੀ ਰਿਸਕ ਫੇਵਰ ਦਾ ਪਤਾ ਹੈ ਕਿ ਮੈਨੂੰ HIV ਹੋਣ ਦੇ ਚਾਂਸਸ ਹੈ ਤਾਂ ਉਸ ਨੂੰ ਆਪਣਾ ਜਿਹੜਾ ਟੈਸਟ ਹੈ ਉਹ ਕਰਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਸਟੇਟਸ ਬਾਰੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ। ਜੀ ਸਟੇਟਸ ਨਾ ਪਤਾ ਹੋਣ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਉਹਦੇ ਨਾਲ ਬਹੁਤ ਹੀ ਮਤਲਬ ਮਾੜਾ ਹੋ ਸਕਦਾ ਉਹਦੇ ਨਾਲ ਨਾ। ਅਤੇ ਜੇ ਆਪਣੇ ਰਿਸਕ ਬਿਹੇਵ ਦਾ ਪਤਾ ਹੈ ਕਿ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਜਾਂ ਮੇਰੇ ਕੋਲ ਉਸ ਤਰ੍ਹਾਂ ਦਾ ਕੋਈ ਕਾਰਨ ਹੋ ਗਿਆ ਹੈ ਜਿਹਦੇ ਨਾਲ ਮੈਨੂੰ HIV ਹੋ ਸਕਦਾ ਹੈ ਤਾਂ ਉਸ ਨੂੰ ਨਾਲ ਹੀ ਆਪਣੇ ਜ਼ਿਲ੍ਹੇ ਹਸਪੀਟਲ ਦੇ ਵਿੱਚ ਸਾਡੇ ICTC ਸੈਂਟਰ ਹੁੰਦੇ ਹਨ ਜਿੱਥੇ ਜਾ ਕੇ ਉਹ ਆਪਣਾ ਬਿਲਕੁਲ ਮੁਫਤ ਟੈਸਟ ਕਰਵਾ ਸਕਦਾ ਹੈ। ਅਗਰ ਉੱਥੋਂ ਉਹ HIV ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾਲ ਹੀ ਨਾਲ ART ਦੇ ਨਾਲ ਲਿੰਕ ਕੀਤਾ ਜਾਂਦਾ ਹੈ। ART ਜੋ ਕਿ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਅੰਡਰ ਚੱਲ ਰਹੇ ਹਨ, ਇੱਥੇ ਉਹਨਾਂ ਨੂੰ ਬਿਲਕੁਲ ਇਲਾਜ ਫ੍ਰੀ ਮਿਲਦਾ ਹੈ, ਕਾਉਂਸਲਿੰਗ ਫ੍ਰੀ ਮਿਲਦੀ ਹੈ ਔਰ ਦਵਾਈਆਂ ਦੇ ਨਾਲ ਜੋੜਿਆ ਜਾ ਸਕਦਾ ਹੈ। ਜੀ ਤੇ ਕਿਹੜੇ ਕਾਰਨ ਬਣਦੇ ਨੇ ਜਦੋਂ ਕੋਈ ਆਪਾਂ ਕਹਿੰਦੇ ਆ ਕਿ ਇਹ HIV ਪੋਜ਼ਿਟਿਵ ਕੋਈ ਪੇਸ਼ੈਂਟ ਆ, ਕੀ ਕਾਰਨ ਆ ਇਹ ਜਿਹੜਾ ਫੈਲ ਰਿਹਾ ਹੈ? ਜੀ HIV ਹੋਣ ਦੇ ਜਿਹੜੇ ਮੇਨ ਕਾਰਨ ਹਨ ਉਹ 4 ਹਨ, ਜਿਨ੍ਹਾਂ ਵਿੱਚੋਂ ਪਹਿਲਾ ਕਾਰਨ ਹੈ ਕਿ ਕਿਸੇ ਅਗਰ ਇਫੈਕਟਡ ਵਿਅਕਤੀ ਦੇ ਨਾਲ ਵਿਦਆਊਟ ਪ੍ਰੋਟੈਕਸ਼ਨ ਅਗਰ ਸੰਬੰਧ ਬਣਾਏ ਜਾਂਦੇ ਹਨ
ਤਾਂ ਹੋ ਸਕਦਾ ਹੈ। ਦੂਸਰਾ ਕਾਰਨ ਇਹ ਹੈ ਕਿ ਅਗਰ ਕਿਸੇ ਤਰ੍ਹਾਂ ਦਾ ਮਤਲਬ ਇਨਫੈਕਟਡ ਖੂਨ ਕਿਸੇ ਦੂਸਰੇ ਪਰਸਨ ਨੂੰ ਚੜ ਜਾਂਦਾ ਹੈ, ਉਹ ਹੋਣ ਦਾ ਕਾਰਨ ਹੈ। ਲੇਕਿਨ ਅੱਜ ਕੱਲ੍ਹ ਇਹ ਚੀਜ਼ ਨਹੀਂ ਹੋ ਰਹੀ, ਕਿਉਂਕਿ ਜਿੰਨੇ ਵੀ ਬਲੱਡ ਟ੍ਰਾਂਜੈਕਸ਼ਨ ਹੁੰਦੇ ਹਨ ਉਹ ਪੂਰੇ ਆਲ ਓਵਰ ਟੈਸਟ ਕਰਨ ਤੋਂ ਬਾਅਦ ਹੀ ਚੜਾਏ ਜਾਂਦੇ ਹਨ ਜੀ। ਤੀਸਰਾ ਕਾਰਨ ਹੈ ਜਿਹੜਾ ਕਿ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਜਿਸ ਦੀ ਮਤਲਬ ਵੀ ਰੇਸ਼ੋ ਆ ਰਹੀ ਹੈ, ਉਹ ਕਾਰਨ ਹੈਗਾ ਇੱਕ ਦੂਜੇ ਦਾ ਜਿਹੜਾ ਸਰਿੰਜ ਯੂਜ਼ ਕਰਦੇ ਹਨ। ਔਰ ਜਦੋਂ ਕੋਈ ਸਾਡੇ ਕੋਲ HIV ਪੋਜ਼ਿਟਿਵ ਪੇਸ਼ੈਂਟ ਆਉਂਦਾ ਹੈ ਤੇ ਕਈ ਵਾਰ ਅਸੀਂ ਉਹਨੂੰ ਪੁੱਛਦੇ ਨੇ, ਉਹ ਕਹਿੰਦੇ ਵੀ ਸੂਈ ਲਗਾਉਣ ਨਾਲ ਹੋ ਗਿਆ। ਸੂਈ ਲਗਾਉਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਹੈਗਾ ਕਿ ਜਿਵੇਂ ਨਸ਼ਾ ਕਰਦੇ ਹਨ ਬੱਚੇ, ਉਹਨਾਂ ਵਿੱਚ ਅਗਰ ਕਿਸੇ ਤਰ੍ਹਾਂ ਦਾ ਕੋਈ ਇਨਫੈਕਸ਼ਨ ਹੈ ਤਾਂ ਉਹ ਬਲੱਡ ਦੇ ਥਰੂ ਬਹੁਤ ਹੀ ਜਲਦੀ ਇਮੀਡੀਏਟਲੀ ਮਤਲਬ ਦੂਸਰੇ ਦੇ ਬਾਡੀ ਵਿੱਚ ਉਹ ਮਤਲਬ ਵੀ ਹੋ ਜਾਂਦਾ ਹੈ, ਉਹ ਬੰਦੇ ਨੂੰ ਵੀ ਹੋਣ ਦੇ ਚਾਂਸਸ ਰਹਿੰਦੇ ਹਨ। ਸਰਿੰਜਾਂ ਤੇ ਸੂਈਆਂ ਦਾ ਕਾਰਨ ਇਹ ਹੈਗਾ। ਔਰ ਫੋਰਥ ਕਾਰਨ ਹੈ ਅਗਰ ਗਰਭਵਤੀ ਮਾਂ ਪੋਜ਼ਿਟਿਵ ਹੈ ਤਾਂ ਉਸਦੇ ਹੋਣ ਵਾਲੇ ਬੱਚੇ ਨੂੰ ਚਾਂਸਸ ਰਹਿੰਦੇ ਹਨ ਕਿ ਉਸ ਨੂੰ HIV ਹੋ ਸਕਦਾ ਹੈ। ਇਹ 4 ਕਾਰਨ ਹਨ ਜੀ। ਤੇ ਕੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਆਪਾਂ ਔਰਤਾਂ ਵਿੱਚ ਜਾਂ ਮਰਦਾਂ ਦੇ ਵਿੱਚ ਇਹ ਦੇਖਦੇ ਹਾਂ ਬਿਮਾਰੀ, ਤੇ ਲੱਛਣ ਅਲੱਗ-ਅਲੱਗ ਹੁੰਦੇ ਆ ਦੋਵਾਂ ਦੇ? ਨਹੀਂ, ਲੱਛਣ ਤਾਂ ਸੇਮ ਰਹਿਣਗੇ। ਇਹਦੇ ਵਿੱਚ ਲੱਛਣ ਕੀ ਹਨ? ਅਗਰ ਕਿਸੇ ਇਨਸਾਨ ਦੇ ਵਿੱਚ HIV ਵਾਇਰਸ ਐਂਟਰ ਕਰ ਜਾਂਦਾ ਹੈ ਤਾਂ ਉਹਦਾ ਦਿਨੋ ਦਿਨ ਭਾਰ ਘਟਦਾ ਹੈ, ਉਹਨੂੰ ਲੂਜ ਮੋਸ਼ਨ, ਬੁਖਾਰ ਵਗੈਰਾ ਆਉਂਦੇ ਰਹਿੰਦੇ ਹਨ, ਜਿਸ ਕਾਰਨ ਉਸ ਦੀ ਦਿਨੋ ਦਿਨ ਸਿਹਤ ਵਿਗੜਦੀ ਹੈ। ਕਿਉਂਕਿ ਜਿਹੜਾ HIV ਦਾ ਵਾਇਰਸ ਹੈ ਉਹ ਆਪਣਾ ਵਾਇਰਲ ਲੋਡ ਜਿਹੜਾ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਵਧਾ ਲੈਂਦਾ ਹੈ ਤੇ ਉਸ ਦਾ ਜਿਹੜਾ ਰੋਧ ਪ੍ਰਤੀਰੋਧ ਜਿਹੜੀ ਸ਼ਕਤੀਆਂ ਹਨ ਉਸ ਨੂੰ ਘੱਟ ਕਰਕੇ ਤੇ ਬੰਦੇ ਨੂੰ ਰੋਗਾਂ ਨਾਲ ਲੜਨ ਵਾਲੀ ਜਿਹੜੀ ਪਾਵਰ ਹੁੰਦੀ ਹੈ, ਜਿਹੜੀ ਸ਼ਕਤੀ ਹੁੰਦੀ ਹੈ, ਉਸ ਨੂੰ ਬਿਲਕੁਲ ਘਟਾ ਦਿੰਦਾ ਹੈ। ਇਮਿਊਨਿਟੀ ਸਿਸਟਮ ਕਿਉਂਕਿ ਸਾਡੀ ਬਾਡੀ ਦੇ ਅੰਦਰ ਸੈੱਲ ਹੁੰਦੇ ਹਨ, ਚਿੱਟੇ ਸੈੱਲ ਜਿਹਨਾਂ ਨੂੰ ਅਸੀਂ CD4 ਕਹਿੰਦੇ ਆ, ਉਹਨਾਂ ਜਿਹੜੇ CD4 ਹੈ ਉਹ ਬਿਲਕੁਲ ਲੋ ਹੋ ਜਾਂਦਾ, ਕਿਉਂਕਿ HIV ਜਿਹੜਾ ਵਾਇਰਸ ਹੈ ਉਹਦੀ ਜਿਹੜੀ ਖੁਰਾਕ ਹੈਗੀ ਉਹ CD4 ਹੈ ਜੀ। ਉਹ ਜਿਵੇਂ ਅੰਦਰ ਐਂਟਰ ਕਰ ਗਿਆ ਤਾਂ ਆਪਣੇ CD4 ਨੂੰ ਨਾਲ ਖਤਮ ਕਰੇਗਾ ਤੇ ਨਾਲ ਹੀ ਬੰਦੇ ਦੀ ਜਿਹੜੀ ਇਮਿਊਨਿਟੀ ਸਿਸਟਮ ਹੈ ਉਹ ਬਿਲਕੁਲ ਡਾਊਨ ਹੋ ਜਾਏਗਾ ਤੇ ਉਹ ਬਿਮਾਰੀਆਂ ਨਾਲ ਨਹੀਂ ਲੜ ਸਕਦਾ ਤੇ ਉਹ ਆਪਣੀ ਡੈਥ ਦੇ ਵਾਲੇ ਪਾਸੇ ਮਤਲਬ ਪਹੁੰਚ ਜਾਂਦਾ ਹੈ ਜੀ। ਤੇ ਜੇਕਰ ਸਮੇਂ ਸਿਰ ਨਾ ਪਤਾ ਲਗਾਇਆ ਜਾ ਸਕੇ, ਜਿਵੇਂ ਤੁਸੀਂ ਲੱਛਣ ਦੱਸੇ ਆ, ਕਈ ਵਾਰੀ ਕੀ ਕਰਦੇ ਆ ਪੁਨੀਤ ਜੀ, ਅਸੀਂ ਇਗਨੋਰ ਕਰ ਦਿੰਦੇ ਆ ਕਿ ਸ਼ਾਇਦ ਫੂਡ ਕਰਕੇ ਵੋਮਿਟਿੰਗ ਆ ਰਹੀ ਆ ਜਾਂ ਸਾਡਾ ਪੇਟ ਕੁਝ ਗਲਤ ਖਾ ਲਿਆ ਅਸੀਂ, ਹੈ ਨਾ, ਅਸੀਂ ਉਸ ਨੂੰ ਡੂੰਘਾਈ ਦੇ ਨਾਲ ਨਹੀਂ ਸੋਚਦੇ। ਕਈ ਵਾਰੀ ਆਪਾਂ ਚੈੱਕਅਪ ਵੀ ਨਹੀਂ ਕਰਵਾਉਣ ਜਾਂਦੇ ਛੇਤੀ ਕਿਤੇ, ਹੈ ਨਾ। ਤੇ ਇਸ ਤਰ੍ਹਾਂ ਜਿੱਦਾਂ ਆਪਾਂ ਇਗਨੋਰ ਕਰ ਰਹੇ ਹਾਂ ਤੇ ਉਹਦੀ ਸਟੇਜਸ ਵੀ ਹੁੰਦੀਆਂ ਅਲੱਗ-ਅਲੱਗ, ਵੀ ਅਸੀਂ ਕਿਸੇ ਸਟੇਜ ਤੇ ਪਹੁੰਚ ਜਾਂਦੇ ਹਾਂ ਕਿ ਉਦੋਂ ਇਸ ਦਾ ਇਲਾਜ ਨਹੀਂ ਹੁੰਦਾ। ਜੀ ਮੈਮ, ਬਿਲਕੁਲ ਤੁਸੀਂ ਬਹੁਤ ਅੱਛਾ ਕੁਐਸਚਨ ਮੈਮ ਪੁੱਛਿਆ ਮੈਨੂੰ। ਮੈਮ ਇਸ ਵਿੱਚ ਸਟੇਜ ਅਸੀਂ ਜਿਹੜੀ ਗੱਲ ਕਰੀਏ ਉਹਦੇ ਵਿੱਚ ਇਹ ਜਿਹੜੀ ਬਿਮਾਰੀ ਦੇ ਮੈਡੀਸਨ ਦਾ ਜਿਹੜਾ ਉਹਨਾਂ ਨੇ ਲਾਈਨ ਬਣਾਈ ਹੈ ਉਹ 3 ਨੇ ਸਾਡੇ ਕੋਲ ਨਾ। ਫਸਟ ਲਾਈਨ, ਸੈਕੰਡ ਲਾਈਨ, ਥਰਡ ਲਾਈਨ। ਫਸਟ ਲਾਈਨ ਇਹ ਹੈ ਜਦੋਂ ਇਨਸਾਨ ਨੂੰ ਪਤਾ ਲੱਗਿਆ ਕਿ ਉਸ ਦੇ ਵਿੱਚ HIV ਹੈ, ਉਹ ਨਾਲ ਹੀ ART ਨਾਲ ਲਿੰਕ ਹੋਇਆ, ਉੱਥੋਂ ਦੀ ਦਵਾਈ ਸਟਾਰਟ ਹੋ ਜਾਂਦੀ ਹੈ। ਅਗਰ ਉਹ ਦਵਾਈ ਟਾਈਮ ਨਾਲ ਲੈਂਦਾ ਹੈ, ਰੈਗੂਲਰ ਲੈਂਦਾ ਹੈ, ਤਾਂ ਉਸਦਾ ਜਿਹੜਾ ਵਾਇਰਸ ਹੈ ਉਹ ਦੱਬਿਆ ਰਹਿੰਦਾ ਹੈ। ਇਹ ਵਾਇਰਸ ਨੂੰ ਜਿਹੜੀ ਮੈਡੀਸਿਨ ਹੈ ਖਤਮ ਨਹੀਂ ਕਰਦੀ ਲੇਕਿਨ ਕੰਟਰੋਲ ਕਰ ਲੈਂਦੀ ਹੈ। ਕੰਟਰੋਲ ਮਤਲਬ ਕਿ ਉਹ ਵਾਇਰਸ ਬਿਲਕੁਲ ਜਾਗੇਗਾ ਹੀ ਨਹੀਂ ਤਾਂ ਉਹ ਅੱਗੇ ਆਪਣਾ ਐਕਟੀਵਿਟੀ ਕਿਵੇਂ ਬਣਾਏਗਾ ਨਾ। ਅਗਰ ਬਾਡੀ ਦੇ ਵਿੱਚ HIV ਵਾਇਰਸ ਆ ਗਿਆ, ਉਹਨੂੰ ਕੰਟਰੋਲ ਨਹੀਂ ਕਰਦੀ ਤਾਂ 1 ਕਾਪੀ ਤੋਂ 2 ਕਾਪੀ, 2 ਤੋਂ 3, 3 ਤੋਂ 4, ਜਿਹਦੇ ਨਾਲ ਉਹ CD4 ਬਿਲਕੁਲ ਖਤਮ ਕਰ ਦਿੰਦਾ ਹੈ। ਔਰ ਇਨਸਾਨ ਦੀ ਜਦੋਂ ਪਾਵਰ ਬਿਲਕੁਲ ਖਤਮ ਹੋ ਜਾਂਦੀ ਹੈ ਬਿਮਾਰੀਆਂ ਨਾਲ ਲੜਨ ਦੀ, ਤਾਂ ਉਹ ਏਡਸ ਦਾ ਰੂਪ ਧਾਰਨ ਕਰ ਲੈਂਦੀ ਹੈ। ਤੇ ਇਹਦਾ ਇਹੀ ਹੈ ਮੈਮ, ਇਸ ਨੂੰ ਮੈਂ ਕੰਟਰੋਲ ਕਰਨ ਵਾਸਤੇ HIV ਦੀ ਮੈਡੀਸਨ ਲੈਣੀ ਬਹੁਤ ਜ਼ਰੂਰੀ ਹੈ ਜੀ। ਤੇ ਹੋਰ ਕੀ ਨੁਕਸਾਨ ਇਹਦੇ ਨਾਲ ਹੁੰਦੇ ਨੇ ਜਿਹੜੇ? ਮੈਂ ਨੁਕਸਾਨ ਬਹੁਤ ਤਰ੍ਹਾਂ ਦੇ ਹਨ ਜੀ। ਇੱਕ ਤਾਂ ਇਨਸਾਨ ਆਪਣੀ ਜਾਨ ਤੋਂ ਜਾਂਦਾ ਹੈ। ਦੂਸਰਾ, ਮੰਨ ਲਓ HIV ਪੋਜ਼ਿਟਿਵ ਪਰਸਨ ਹੈ, ਉਹ ਜਿਸ ਦਾ ਆਪਣਾ ਸਟੇਟਸ ਨਾ ਪਤਾ ਹੋਣ ਕਰਕੇ ਜਾਂ ਕਈਆਂ ਨੂੰ ਪਤਾ ਵੀ ਹੁੰਦਾ ਹੈ ਤਾਂ ਉਹ ਇਸ ਚੀਜ਼ ਨੂੰ ਸਪਰੈਡ ਕਰਦੇ ਅੱਗੇ। ਸਪਰੈਡ ਕਰਨ ਨਾਲ ਮਤਲਬ ਬਹੁਤ ਸਾਰੇ ਲੋਕ ਇਸ ਦੇ ਵਿੱਚ ਫਸ ਰਹੇ ਹਨ ਤੇ ਕਿ HIV ਨੂੰ ਲੈ ਕੇ ਕਿਉਂਕਿ ਅਵੇਅਰਨੈਸ ਨਾ ਹੋਣ ਕਰਕੇ ਲੋਕ ਵੀ ਇਸ ਦੇ ਨਾਲ ਭੇਦਭਾਵ ਕਰਦੇ ਹਨ। ਜਦੋਂ ਵੀ HIV ਦਾ ਨਾਂ ਸੁਣਿਆ ਜਾਂਦਾ ਹੈ ਤੇ ਉਹਨਾਂ ਨੂੰ ਬਸ ਇਹੀ ਲੱਗਦਾ ਹੈ ਕਿ ਬੰਦੇ ਦੇ ਕਰੈਕਟਰ ਤੇ ਜਾਂਦੇ ਹਨ। ਕਰੈਕਟਰ ਤੇ ਜਾਣ ਕਰਕੇ ਹਰ ਕੋਈ ਇਸ ਚੀਜ਼ ਤੋਂ ਹੈਜਿਟੇਸ਼ਨ ਫੀਲ ਕਰਦਾ ਹੈ ਨਾ, ਕਿਉਂਕਿ ਕਾਰਨ ਹੋਰ ਵੀ ਬਹੁਤ ਸਾਰੇ ਹਨ। ਤੁਸੀਂ ਜਿਵੇਂ ਦੱਸਿਆ ਕਾਰਨ ਹੋਰ ਵੀ ਬਹੁਤ ਸਾਰੇ। ਅੱਜ ਦੇ ਟਾਈਮ ਦੇ ਵਿੱਚ ਜੋ ਸਾਡੇ ਕੋਲ ਜੋ ਮੇਨ ਕਾਰਨ ਆ ਰਿਹਾ ਹੈ ਉਹ ਇਹੋ ਹੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਨਸ਼ਾ ਬਹੁਤ ਜ਼ਿਆਦਾ ਮੈਂ ਵੱਧ ਰਿਹਾ ਹੈ, ਬੱਚੇ ਨਸ਼ਾ ਕਰਦੇ ਹਨ ਤੇ ਬਲੱਡ ਦੇ ਵਿੱਚ ਇਨਫੈਕਸ਼ਨ ਰਹਿੰਦਾ ਹੈ। ਸਰਿੰਜਾਂ ਇੱਕ ਦੂਜੇ ਦੀਆਂ ਯੂਜ਼ ਕਰਦੇ ਹਨ ਤੇ ਇਹਦੇ ਨਾਲ ਜਿੰਨਾ ਵੀ ਸਾਡਾ ਯੂਥ ਹੈ ਸਾਰਾ ਇਸ ਨੰਬਰਿੰਗ ਜੋ ਸਾਡੀ ਇਸ ਟਾਈਮ ਆ ਰਹੀ ਹੈ ਉਹ ਯੂਥ ਦੇ ਵਿੱਚ ਆ ਰਹੀ ਹੈ। ਤੇ ਜਿਹੜਾ ਜ਼ਿਆਦਾ ਅਸਰ ਯੰਗ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਤੇ ਜ਼ਿਆਦਾ ਅਸਰ ਪੈ ਰਿਹਾ ਹੈ ਜੀ। ਔਰ ਇਹਦਾ ਮੇਨ ਕਾਰਨ ਇਹ ਅਵੇਅਰ ਨਹੀਂ ਹੈ ਨਾ ਹੈਗੇ ਵੀ ਇਹ ਸਾਨੂੰ ਜਿਹੜੀ ਟ੍ਰਾਂਜੈਕਸ਼ਨ ਹੈ ਇੱਥੋਂ ਹੋ ਸਕਦੀ ਹੈ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਗਰਭਵਤੀ ਔਰਤ ਹੈ ਤੇ ਉਸ ਨੂੰ ਡਰ ਹੁੰਦਾ ਹੈ ਜਿਹੜਾ ਉਸ ਦਾ ਬੱਚਾ ਹੈ ਉਸ ਨੂੰ ਨਾ ਹੋਵੇ ਅੱਗੇ HIV, ਉਹਦੇ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਜੀ? ਇਸ ਵਿੱਚ ਮੈਂ ਸਭ ਤੋਂ ਪਹਿਲੇ ਇਹ ਦੱਸਣਾ ਚਾਹੂੰਗਾ ਕਿ HIV ਪੋਜ਼ਿਟਿਵ ਪਰਸਨ ਹੈ ਉਸ ਨੂੰ ਜਿਹੜੀ ਆਪਣੀ ਸ਼ਾਦੀ ਹੈ ਉਹ ਵੀ ਆਪਣੇ HIV ਪੋਜ਼ਿਟਿਵ ਪਰਸਨ ਨਾਲ ਹੀ ਕਰਨੀ ਚਾਹੀਦੀ ਹੈ। ਕਿਉਂਕਿ ਅਗਰ ਉਹ HIV ਪੋਜ਼ਿਟਿਵ ਪਰਸਨ ਨਾਲ ਮੈਰਿਜ ਨਹੀਂ ਕਰਦਾ ਤੇ ਕੱਲ੍ਹ ਨੂੰ ਉਹ ਆਪਣੀ
ਜਿਹੜੀ ਇਹ ਆਪਣੀ ਡਿਜ਼ੀਜ਼ ਹੈ ਜੀ। ਆਪਣੇ ਪਾਰਟਨਰ ਨੂੰ ਵੀ ਦੇਗਾ, ਜੀ। ਕੱਲ ਨੂੰ ਆਉਣ ਵਾਲੇ ਬੱਚੇ ਨੂੰ ਵੀ ਹੋਣ ਦੇ ਚਾਂਸਸ ਰਹਿੰਦੇ ਹਨ ਕਿਉਂਕਿ ਬਿਨਾਂ ਦੱਸੇ ਮੈਰਿਜ ਕਰਦੇ ਹਨ। ਜੀ। ਜੇ ਆਪਣਾ ਸਟੇਟਸ ਪਤਾ ਹੈ ਤੇ ਇਹ ਜਿਹੜਾ ਜਿਸ ਤਰ੍ਹਾਂ ਸਾਡੀ ਆਰਗੇਨਾਈਜੇਸ਼ਨ ਹੈਗੀ ਹੈ ਕੇਅਰ ਐਂਡ ਸਪੋਰਟ ਸੈਂਟਰ ਵਿਹਾਨ, ਉਸ ਵਿੱਚ ਅੱਗੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ। ਸਾਡੇ ਕੋਲ ਡਾਟਾ ਹੁੰਦਾ ਹੈ ਲੜਕੀ ਦਾ ਲੜਕੇ ਦਾ ਵੀ, ਜੀ। ਅਸੀਂ ਉਹਨਾਂ ਦੀ ਮੈਚਿੰਗ ਕਰਵਾ ਕੇ ਆਪਸ ਵਿੱਚ ਮੈਰਿਜ ਕਰਵਾਉਂਦੇ ਹਾਂ। ਅੱਜ ਤੱਕ ਮੇਰੇ ਸੈਂਟਰ ਨੇ 33 ਮੈਰਿਜ ਕਰਵਾਈ ਹੈ ਤੇ ਉਹਨਾਂ ਦੇ ਜਿਹੜੇ ਬੱਚੇ ਹਨ ਉਹ ਵੀ ਬਿਲਕੁਲ ਨੈਗੇਟਿਵ ਹੈ ਜੀ। ਤੇ ਇਹਦਾ ਮੈਂ ਇਹੀ ਹੈ ਵੀ ਪੋਜ਼ਿਟਿਵ ਪਰਸਨ ਪੋਜ਼ਿਟਿਵ ਨਾਲ ਵਿਆਹ ਕਰਵਾਉਂਦਾ ਹੈ। ਅਗਰ ਉਹ ਕੱਲ ਨੂੰ ਫੈਮਿਲੀ ਪਲੈਨਿੰਗ ਕਰਦਾ ਹੈ ਤੇ ਬੱਚੇ ਦਾ ਮਤਲਬ ਬੱਚੇ ਨੂੰ ਅਗਰ ਬਚਾਉਣਾ ਹੈ ਤੇ ਇਸ ਵਿੱਚ ਕੀ ਹੈ ਵੀ ਜਿਹੜੀ ਮਦਰ ਹੈ ਉਹ ਪ੍ਰੋਪਰ ਆਪਣਾ ਮੈਡੀਸਨ ਲਵੇ ਵਿਦਆਊਟ ਨਾਗਾ। ਜੀ। ਅਗਰ ਉਹ ਵਿਦਆਊਟ ਨਾਗਾ ਮੈਡੀਸਨ ਖਾਂਦੇ ਹਨ ਤੇ ਪ੍ਰੈਗਨੈਂਸੀ ਦੌਰਾਨ ਬੱਚੇ ਨੂੰ ਮਤਲਬ ਵੀ ਕੁਝ ਚਾਂਸਸ ਘਟ ਜਾਂਦੇ ਹਨ ਕਿ ਉਹ ਬੱਚੇ ਨੂੰ ਪੋਜ਼ਿਟਿਵਿਟੀ ਨਹੀਂ ਆਉਂਦੀ ਹੈਗੀ। ਜੀ। ਜਿਵੇਂ ਬੱਚੇ ਦੀ ਮਦਰ ਦੀ ਡਿਲੀਵਰੀ ਹੁੰਦੀ ਹੈ, ਇਹ ਸਾਰੀ ਜਿਹੜੀ ਡਿਲੀਵਰੀ ਹੈ ਸਾਡੇ ਮੈਂ ਦੇਖ ਰੇਖ ਦੇ ਵਿੱਚ ਹੁੰਦੀ ਹੈਗੀ ਹੈ। 36 ਘੰਟੇ ਵਿੱਚ ਇੱਕ ਬੱਚੇ ਨੂੰ ਦਵਾਈ ਪਿਲਾਈ ਜਾਂਦੀ ਹੈ ਔਰ ਲਗਾਤਾਰ 45 ਦਿਨ ਇਹ ਬੱਚੇ ਨੂੰ ਦਵਾਈ ਦਿੱਤੀ ਜਾਂਦੀ ਹੈ ਜਿਸ ਕਾਰਨ ਅਸੀਂ ਬੱਚੇ ਨੂੰ ਬਚਾ ਸਕਦੇ ਹਾਂ HIV ਹੋਣ ਤੋਂ। ਜੀ। ਤੁਸੀਂ 4 ਕਾਰਨ ਜਿਵੇਂ ਦੱਸਿਆ, ਸਿਰਫ ਇਹੀ ਕਾਰਨ ਨੇ ਜਿਹੜਾ ਇੱਕ ਤੋਂ ਦੂਸਰੇ 'ਚ ਇਹ ਬਿਮਾਰੀ ਫੈਲਦੀ ਹੈ। ਵੀ ਆਪਾਂ ਕਈ ਵਾਰੀ ਸੋਚ ਲੈਂਦੇ ਹਾਂ, ਆਪਾਂ ਦੇਖਦੇ ਹਾਂ ਵੀ ਜਿੱਦਾਂ ਤੁਸੀਂ ਦੱਸਿਆ ਭੇਦਭਾਵ ਵੀ ਕਰਦੇ ਆ ਨਾ ਇੱਕ ਦੂਸਰੇ ਤੋਂ, ਕਿ ਨਾਲ ਰਹਿਣ ਨਾਲ ਜਾਂ ਇੱਕ ਥਾਲੀ 'ਚ ਰੋਟੀ ਖਾਣ ਨਾਲ ਵੀ ਇਹ ਬਿਮਾਰੀ ਫੈਲਦੀ ਹੈ? ਜੀ ਬਿਲਕੁਲ ਨਹੀਂ। ਦੇਖੋ ਇਹ ਬਿਮਾਰੀ ਇਹੋ ਜਿਹੀ ਨਹੀਂ ਹੈਗੀ ਵੀ ਜਿਹੜੀ ਹਵਾ ਵਿੱਚ ਹੋਵੇ ਜਾਂ ਐਵੇਂ ਹੋਵੇ, ਇਹ ਸਿਰਫ ਬਲੱਡ ਟੂ ਬਲੱਡ ਇਨਫੈਕਸ਼ਨ ਹੈਗਾ। ਇਹਦੇ ਨਾ ਹੋਣ ਦੇ ਕਾਰਨ ਅਸੀਂ ਇਕੱਠੇ ਰਹਿ ਕੇ ਖਾਣਾ ਖਾ ਰਹੇ ਹਾਂ, ਇੱਕ ਹੀ ਵਾਸ਼ਰੂਮ ਯੂਜ਼ ਕਰ ਰਹੇ ਹਾਂ, ਇੱਕ ਹੀ ਟਾਵਲ ਯੂਜ਼ ਕਰ ਰਹੇ ਹਾਂ ਜਾਂ ਇਕੱਠਾ ਖਾ ਰਹੇ ਹਾਂ, ਇਸ ਨਾਲ HIV ਨਹੀਂ ਹੁੰਦੀ ਜੀ। ਜੀ। ਇਹ ਉਦੋਂ ਤੱਕ ਨਹੀਂ ਵਾਇਰਸ ਜਦੋਂ ਤੱਕ ਅਸੀਂ ਇੱਕ ਦੂਜੇ ਦੇ ਬਲੱਡ ਦੇ ਵਿੱਚ ਕੰਟੈਕਟ ਵਿੱਚ ਨਾ ਆਈਏ। ਜੀ। ਤੇ ਜਿਵੇਂ ਹੁਣ ਸਾਡਾ ਅੱਜ ਦਾ ਵਿਸ਼ਾ ਵੀ ਇਹੀ ਹੈ, ਬਿਮਾਰੀਆਂ ਸੰਬੰਧੀ ਜਾਗਰੂਕਤਾ, ਤੇ ਇਸ ਬਿਮਾਰੀ ਨੂੰ ਲੈ ਕੇ ਕਿੰਨੇ ਕੁ ਅਸੀਂ ਜਾਗਰੂਕ ਹਾਂ, ਕਿੰਨੀ ਕੁ ਜਿਵੇਂ ਤੁਸੀਂ ਦੱਸਿਆ ਨੌਜਵਾਨ ਪੀੜ੍ਹੀ ਦੇ ਵਿੱਚ ਵੱਧ ਰਹੀ ਹੈ, ਬਿਲਕੁਲ ਜੀ। ਕਿੰਨੇ ਕੁ ਅੱਜ ਨੌਜਵਾਨ ਜਾਗਰੂਕ ਹੈ? ਜੀ ਮੈਮ, ਇਸ ਵਿੱਚ ਜਦੋਂ ਮੇਰੇ ਮਤਲਬ ਕਿ ਪ੍ਰੋਗਰਾਮ ਦਾ ਇਹੀ ਰਹਿੰਦਾ ਹੈ ਵੀ ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਇਸ ਚੀਜ਼ ਨੂੰ ਪਹੁੰਚਾਈਏ। ਪਿੰਡਾਂ ਵਿੱਚ, ਅਰਬਨ ਏਰੀਆ ਵਿੱਚ, ਰੂਰਲ ਏਰੀਆ ਵਿੱਚ ਅਸੀਂ ਸਮੇਂ-ਸਮੇਂ ਤੇ ਕੈਂਪ ਲਗਾਉਂਦੇ ਹਾਂ। ਸਕੂਲਾਂ ਵਿੱਚ ਜਾ ਕੇ ਅਸੀਂ ਕੈਂਪ ਲਗਾਉਂਦੇ ਹਾਂ। ਉੱਥੇ ਜਾ ਕੇ ਅਸੀਂ HIV ਦੀ ਅਵੇਅਰਨੈਸ ਕਰਦੇ ਹਾਂ ਵੀ HIV, ਕਿਉਂਕਿ ਦੇਖੋ ਅਗਰ ਬੱਚਿਆਂ ਨੂੰ ਪਤਾ ਹੋਏ ਨਾ, ਬੱਚੇ ਜਿਹੜੇ ਯੁਵਾ ਪੀੜ੍ਹੀ ਹੈ ਸਾਡੀ, ਵੀ HIV ਹੈ ਕੀ ਹੈ ਜੀ, ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਉਹਨਾਂ ਨੇ ਕਿਤੇ ਸੁਣਿਆ ਹੋਏ ਤੇ ਉਹ ਚੀਜ਼ ਦਾ ਪ੍ਰੀਕਾਸ਼ਨ ਲੈ ਸਕਦੇ ਹਨ ਵੀ ਸਾਨੂੰ HIV ਕਿਵੇਂ ਹੋ ਸਕਦੀ ਹੈ ਤੇ ਉਸ ਤੋਂ ਬਚ ਸਕਦੇ ਹਨ। ਅਗਰ ਉਹਨਾਂ ਨੇ ਜਾਣਕਾਰੀ ਨਹੀਂ ਹੈ, ਪਤਾ ਹੀ ਨਹੀਂ ਹੈ, ਤਾਂ ਉਹ ਡੈਫੀਨੇਟਲੀ ਵੀ ਆਉਣ ਵਾਲੇ ਟਾਈਮ 'ਚ ਕਦੇ ਨਾ ਕਦੇ ਕੋਈ ਇਸ ਤਰ੍ਹਾਂ ਦਾ ਚਾਂਸਸ ਬਣ ਜਾਂਦਾ ਫਿਰ ਉਹ ਗਲਤੀ ਕਰ ਸਕਦੇ ਹਨ ਤੇ ਉਸ ਗਲਤੀ ਦਾ ਖਮਿਆਜਾ ਉਹਨਾਂ ਨੂੰ ਸਾਰੀ ਲਾਈਫ ਭੁਗਤਣਾ ਪੈਂਦਾ ਹੈ। ਤੇ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਸਮੇਂ-ਸਮੇਂ ਤੇ ਹਰ ਇੱਕ ਜਗ੍ਹਾ ਤੇ ਅਸੀਂ ਕੈਂਪ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸਾਨੂੰ ਬਹੁਤ ਅੱਛਾ ਇੱਕ ਮੌਕਾ ਮਿਲਿਆ ਕਿ ਤੁਹਾਡੇ ਚੈਨਲ ਦੇ ਥਰੂ ਅਸੀਂ ਆਪਣੇ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਈਏ ਵੀ ਇਹ ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ। 8 ਜ਼ਿਲ੍ਹਿਆਂ ਵਿੱਚ ਸਾਡੇ HIV ਪ੍ਰੋਗਰਾਮ ਨੂੰ ਲੈ ਕੇ ਕੇਅਰ ਐਂਡ ਸਪੋਰਟ ਸੈਂਟਰ ਵਿਹਾਨ ਕੰਮ ਕਰ ਰਹੇ ਹਾਂ। ਉੱਥੇ ਜੋ ਸਾਡਾ ਇੱਕ ਸਟਾਫ ਸਟਰਕਚਰ ਬਣਿਆ ਹੋਇਆ ਹੈ, ਪ੍ਰੋਜੈਕਟ ਕੋਆਰਡੀਨੇਟਰ, ਹੈਲਥ ਪ੍ਰਮੋਟਰ, ਕਾਉਂਸਲਰ, ਪੀਅਰ ਹੈਲਥ ਚੈਂਪੀਅਨ, ਇਹ ਸਾਰੇ ਹੀ ਮਤਲਬ ਜਿਵੇਂ HIV ਬਾਰੇ ਕਿਸੇ ਨੂੰ ਪਤਾ ਲੱਗਦਾ ਉਹ ਬਹੁਤ ਜ਼ਿਆਦਾ ਆਪਣਾ ਜਿਹੜਾ ਮੈਂਟਲੀ ਸੰਤੁਲਨ ਖੋ ਬੈਠਦੇ ਹਨ, ਮਤਲਬ ਜੀਣ ਦੀ ਆਦਤ ਛੱਡ ਦਿੰਦੇ ਹਨ। ਅੱਛਾ, ਕਈ ਵਾਰ ਕੀ ਹੁੰਦਾ ਹੈ ਕਿ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹ ਹੈਜ਼ਿਟੇਟ ਵੀ ਕਰਦੇ ਆ, ਹੈਜ਼ਿਟੇਸ਼ਨ ਹੁੰਦੀ ਉਹਨਾਂ ਨੂੰ ਦੂਸਰਿਆਂ ਦੇ ਸਾਹਮਣੇ ਇਹ ਚੀਜ਼ ਰੱਖਣ ਦੀ, ਜਾਂ ਫਿਰ ਡਾਕਟਰ ਦੇ ਵੀ ਜਾਣ ਤੋਂ ਉਹ ਝਿਜਕਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਦੱਸਣਾ, ਸ਼ਰਮ ਮਹਿਸੂਸ ਕਰਦੇ ਆ ਕਿਤੇ ਨਾ ਕਿਤੇ, ਹੈ ਨਾ। ਤੇ ਉਹ ਜਿਹੜੇ ਬੱਚੇ, ਜਿਹੜੇ ਨੌਜਵਾਨ ਪੀੜ੍ਹੀ ਹੈ, ਉਹ ਜਿਹੜੇ ਹੈਜ਼ਿਟੇਸ਼ਨ ਆ ਉਹਨਾਂ ਨੂੰ ਦੂਰ ਕਰਨ ਲਈ, ਯਾਨੀ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੁਸੀਂ ਕੀ ਕਰ ਰਹੇ ਹੋ, ਕਿਹੜੇ ਪ੍ਰੋਗਰਾਮ ਚਲਾ ਰਹੇ ਹੋ? ਮੈਮ ਸਾਡੇ ਜਿਹੜਾ ਕੇਅਰ ਐਂਡ ਸਪੋਰਟ ਸੈਂਟਰ ਵਿਹਾਨ ਹੈ, ਇਸ ਦੇ ਵਿੱਚ ਅਸੀਂ HCM ਕਰਦੇ ਹਾਂ। ਇਹਨਾਂ ਦੀ HCM ਕਹਿੰਦਾ ਮੈਂ ਸਪੋਰਟ ਗਰੁੱਪ ਮੀਟਿੰਗ, ਉਹਨਾਂ ਵਿੱਚ ਉਹ ਸਾਰੇ ਲੋਕ ਆਉਂਦੇ ਹਨ, 10 ਤੋਂ 15 ਲੋਕ ਅਸੀਂ ਬੁਲਾਉਂਦੇ ਹਾਂ ਉਹਨਾਂ ਵਿੱਚ, ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਆਪ ਹੀ ਮਿਲ ਜਾਂਦੇ ਉੱਥੋਂ, ਕਿਉਂਕਿ ਹਰ ਉੱਥੇ 15 ਬੰਦੇ ਬੈਠੇ ਨੇ, 15 ਹੀ HIV ਪੋਜ਼ਿਟਿਵ ਹਨ ਔਰ ਉਹ ਇੱਕ ਦੂਜੇ ਦਾ ਸਟੇਟਸ ਡਿਸਕਲੋਜ਼ ਨਹੀਂ ਕਰਨਗੇ ਕਿਉਂਕਿ ਸਾਰੇ ਹੀ ਪੋਜ਼ਿਟਿਵ ਹਨ, ਹੈ ਨਾ। ਉੱਥੇ ਕੁਝ ਆਪਣੇ ਸਰੀਰ ਨੂੰ ਲੈ ਕੇ ਜਾਂ ਆਪਣੀ ਮੈਡੀਸਨ ਨੂੰ ਲੈ ਕੇ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਹਨ ਔਰ ਉੱਥੇ ਉਹ ਖੁੱਲ੍ਹ ਕੇ ਇੱਕ ਦੂਜੇ ਨਾਲ ਡਿਸਕਸ਼ਨ ਕਰਦੇ ਹਨ। ਜਿਵੇਂ 15 ਲੋਕ ਬੈਠੇ ਨਾ, ਉਹਨਾਂ ਦੇ ਸਵਾਲਾਂ ਵਿੱਚੋਂ ਉਹਨਾਂ ਦੇ ਹੀ ਜਵਾਬ ਮਿਲ ਜਾਂਦੇ ਹਨ ਔਰ ਇਸ ਚੀਜ਼ ਨਾਲ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਵੀ ਇਹ ਲੋਕ ਆਪਸ ਦੇ ਵਿੱਚ ਬੈਠ ਕੇ ਆਪਸ ਦੇ ਵਿੱਚ ਗੱਲ ਕਰਕੇ ਇਹਨਾਂ ਜਿਹੜਾ ਮੋਰਲ ਹੈ ਉਹ ਸਟਰੋਂਗ ਹੁੰਦਾ ਵੀ ਨਹੀਂ, ਮੈਂ ਇਕੱਲਾ ਨਹੀਂ ਹੈ ਇਸ ਇਨਫੈਕਸ਼ਨ ਦੇ ਨਾਲ ਸਰਵਾਈਵ ਕਰ ਰਿਹਾ, ਬਹੁਤ ਸਾਰੇ ਲੋਕ ਹਨ ਜੋ ਕਿ ਸਾਡੇ ਵਰਗੇ ਹਨ। ਜੀ। ਤੇ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਇਸ ਬਾਰੇ, ਉਹ ਵੀ ਸਾਨੂੰ ਦੱਸੋ, ਔਰ ਕਿਹੜੇ ਉਪਰਾਲੇ ਹੋਰ ਕਰਨ ਦੀ ਜ਼ਰੂਰਤ ਹੈ? ਮੈਂ ਸਰਕਾਰ ਇਸ ਵਿੱਚ ਬਹੁਤ ਸਾਰਾ ਯੋਗਦਾਨ ਪਾ ਰਹੀ ਹੈ, ਜਿਵੇਂ ਕਿ ਪ੍ਰੋਗਰਾਮਾਂ ਨੂੰ ਕਾਫੀ ਜ਼ਿਆਦਾ ਇਹਨਾਂ ਨੇ ਇੰਪਲੀਮੈਂਟ ਕੀਤਾ ਹੈ। ਸਾਡੇ ਪੰਜਾਬ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਹੇ ਹਨ ਇਸ ਟਾਈਮ HIV ਨੂੰ ਲੈ ਕੇ, ਕੇਅਰ ਐਂਡ ਸਪੋਰਟ ਸੈਂਟਰ ਵਿਹਾਨ ਹੈ, ਸਵੇਤਨਾ ਹੈ ਔਰ ਤੀਸਰਾ ਪ੍ਰੋਜੈਕਟ ਆਦਾ ਸਵੀਕਸ਼ਾ ਹੈ। ਸਵੇਤਨਾ ਵਿੱਚ ਮੈਂ ਵੀ ਇਹਨਾਂ ਦਾ ਕੰਮ ਹੈ ਐਲੀਮੀਨੇਸ਼ਨ ਮਦਰ ਟੂ ਚਾਈਲਡ,
ਬੱਚੇ ਵਿੱਚ ਇਹ ਚੀਜ਼ ਨਾ ਆਵੇ, ਉਸ ਦੇ ਉੱਪਰ ਕੰਮ ਕਰ ਰਹੀ ਹੈ। ਇਹ ਵੀ ਸਾਡੇ ਪੰਜਾਬ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ। ਦੂਸਰਾ ਪ੍ਰੋਗਰਾਮ ਸਾਡਾ ਸੁਵਿਕਸ਼ਾ ਹੈ, ਜੋ ਕਿ ਜੇਲ੍ਹ ਵਿੱਚ ਜਿਹੜੇ ਬੈਠੇ ਕੈਦੀ ਹਨ ਉਹਨਾਂ ਤੱਕ ਵੀ ਟ੍ਰੀਟਮੈਂਟ ਪਹੁੰਚਾਉਣਾ, ਮੈਡੀਸਨ ਪਹੁੰਚਾਉਣੀ, ਕਿਉਂਕਿ ਜਦੋਂ ਜੇਲ੍ਹ ਹੁੰਦੀ ਹੈ ਉਹਦਾ ਪਹਿਲੇ ਮੈਡੀਕਲ ਹੁੰਦਾ ਹੈ ਔਰ ਬਹੁਤ ਸਾਰੇ ਕੈਦੀ ਜਿਹੜੇ ਸਾਡੇ ਹਨ ਉੱਥੋਂ ਪਤਾ ਲੱਗਦਾ ਹੈ ਵੀ HIV ਹਨ, HIV ਪੋਜ਼ਿਟਿਵ ਹਨ, ਤੇ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ, ਉਹਨਾਂ ਨੂੰ ਕਿਵੇਂ ਦਵਾਈ ਪਹੁੰਚਾਉਣੀ, ਇਹ ਸਾਰਾ ਸੁਵਿਕਸ਼ਾ ਪ੍ਰੋਗਰਾਮ ਦੇਖਦਾ ਹੈ। ਔਰ ਸਮੇਂ ਵਿੱਚ ਜਾ ਕੇ ਜੇਲ੍ਹਾਂ ਵਿੱਚ ਜਾ ਕੇ ਸੈਂਪਲ ਲੈ ਕੇ ਆਉਂਦੇ ਹਨ। ਅਗਰ ਪੋਜ਼ਿਟਿਵ ਕੋਈ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਟਾਈਮ ਨਾਲ ਮੈਡੀਸਨ ਦੇ ਨਾਲ ਜੋੜਿਆ ਜਾਂਦਾ ਹੈ ਜੀ। ਇੱਕ ਤਾਂ ਇਹ ਹੋ ਗਿਆ ਸਰਕਾਰ ਵੱਲੋਂ ਉਪਰਾਲਾ, ਔਰ ਦੂਸਰਾ ਟੈਸਟ ਐਂਡ ਟ੍ਰੀਟ, ਜਿਵੇਂ ਪਤਾ ਲੱਗਦਾ ਨਾਲ ਹੀ ਇਹਨਾਂ ਨੂੰ ਦਵਾਈ ਦੇਵੋ ਜੀ, ਇਹ ਹੈਗਾ ਜੀ। ਤੇ ਦਵਾਈਆਂ ਦਾ ਖਰਚਾ ਹਰ ਕੋਈ ਅਫੋਰਡ ਕਰ ਲੈਂਦਾ? ਮੈਮ ਦੇਖੋ, ਅਗਰ ਇਹ ਮੈਡੀਸਨ ਬਾਹਰੋਂ ਪ੍ਰਾਈਵੇਟ ਲੈਣੀ ਤਾਂ ਬਹੁਤ ਜ਼ਿਆਦਾ ਮਹਿੰਗੀ ਹੈ, ਲੇਕਿਨ ਸਾਡੇ ਸਰਕਾਰ ਦਾ ਬਹੁਤ ਹੀ ਇੱਕ ਅੱਛਾ ਉਪਰਾਲਾ ਹੈ। HIV ਦੀ ਜੋ ਵੀ ਮੈਡੀਸਨ ਹੈ ਬਿਲਕੁਲ ਫ੍ਰੀ ਆਫ ਕਾਸਟ ਹੈ ਨਾ। ਤੇ ਇਸ ਕਰਕੇ ਮੈਂ ਇਹ ਵੀ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹਾਂ ਕਿ ਦਵਾਈ ਬਿਲਕੁਲ ਫ੍ਰੀ ਆਫ ਕਾਸਟ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਟੈਸਟ ਹੁੰਦਾ ਹੈ ਉਹ ਵੀ ਬਿਲਕੁਲ ਫ੍ਰੀ ਹੈ, ਦਵਾਈ ਬਿਲਕੁਲ ਫ੍ਰੀ ਹੈ। ਇਸ ਕਰਕੇ ਆਪਣੀ ਸਿਹਤ ਦੇ ਨਾਲ ਖਿਲਵਾੜ ਕਰਨ ਤੋਂ ਅੱਛਾ ਹੈ ਕਿ ਅਗਰ ਕੁਝ ਚੀਜ਼ ਹੋ ਗਈ, ਦੇਖੋ ਜੋ ਹੋ ਗਿਆ ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਔਰ ਚੇਂਜ ਨਾ ਹੋਣ ਕਰਕੇ ਉਹਨੂੰ ਆਪਣੀ ਜਿਹੜੀ ਮੈਡੀਸਨ ਹੈ ਟਾਈਮ ਨਾਲ ਲੈਣ, ਟਾਈਮ ਨਾਲ ਮਤਲਬ ਕਿ ਆਪਣਾ ਟ੍ਰੀਟਮੈਂਟ ਕਰ, ਆਪਣੀ ਜ਼ਿੰਦਗੀ ਨੂੰ ਵੀ ਬਚਾਵੇ ਤੇ ਆਪਣੀ ਫੈਮਿਲੀ ਵੀ ਨਾਲ ਸਿਕਿਉਰ ਕਰੇ। ਹੈਜੀਟੇਸ਼ਨ ਇੱਕ ਅਲੱਗ ਚੀਜ਼ ਹੈ, ਫਿਰ ਹੈਜੀਟੇਸ਼ਨ ਫੀਲ ਕਰਨਾ, ਲੇਕਿਨ ਤੁਹਾਨੂੰ ਪਤਾ ਆਪਣੇ ਆਪ ਦਾ ਵੀ ਕਿਵੇਂ ਹੋਈ, ਆਪਣੇ ਆਪ ਨਾਲ ਤਾਂ ਸੱਚ ਬੋਲਣਾ ਚਾਹੀਦਾ ਨਾ ਮੈਂ ਵਿੱਚ ਜੀ। ਤੇ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਜਿਹੜੇ ਆ, ਜਿੱਦਾਂ ਹੁਣ HIV ਪੋਜ਼ਿਟਿਵ ਮਰਦ ਆ ਤੇ ਔਰਤ ਆ, ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਆਪਾਂ ਬਚਾ ਸਕਦੇ ਆ, ਇਹੋ ਜਿਹਾ ਇਲਾਜ ਵੀ ਆ ਗਿਆ ਹੈ। ਬਿਲਕੁਲ ਜੀ, ਬਿਲਕੁਲ ਜੀ। ਕਿਉਂਕਿ ਲੋਕ ਇਹ ਸਮਝਦੇ ਹਨ ਪਹਿਲਾਂ ਤਾਂ ਉਹਨਾਂ ਦਾ ਇਹ ਹੁੰਦਾ ਵੀ ਅਸੀਂ HIV ਪੋਜ਼ਿਟਿਵ ਹੋ ਗਏ ਤੇ ਸਾਡੀ ਮੈਰਿਜ ਨਹੀਂ ਹੋ ਸਕਦੀ, ਹੈ ਨਾ, ਜਦ ਕਿ ਇਹ ਨਹੀਂ ਹੈ। ਕਮਿਊਨਿਟੀ ਵਿੱਚ ਮੈਰਿਜ ਕਰਨ, ਜਿਵੇਂ HIV ਪੋਜ਼ਿਟਿਵ ਲੜਕਾ ਹੈ HIV ਪੋਜ਼ਿਟਿਵ ਲੜਕੀ ਨਾਲ ਵਿਆਹ ਕਰਨ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ ਵੀ ਅੱਜ ਤੱਕ ਮੇਰੇ ਸੈਂਟਰ ਨੇ 33 ਵਿਆਹ ਕਰਵਾਏ ਹਨ ਔਰ ਉਹ ਬਹੁਤ ਹੀ ਹੈਪੀ ਰਹਿ ਰਹੇ ਹਨ। ਬੱਚੇ ਵੀ ਉਹਨਾਂ ਦੇ ਬਿਲਕੁਲ ਤੰਦਰੁਸਤ ਹਨ, ਕਿਉਂਕਿ ਅੰਡਰ ਟ੍ਰੀਟਮੈਂਟ ਉਹਨਾਂ ਦਾ ਇਲਾਜ ਹੋਣਾ। ਜਿਵੇਂ ਆਪਣਾ ਮੈਡੀਸਨ ਹਸਬੈਂਡ ਵਾਈਫ ਦੋਨੇ ਲੈ ਰਹੇ ਹਨ, ਉਹਨਾਂ ਦਾ ਵਾਇਰਲ ਲੋਡ ਬਿਲਕੁਲ ਡਾਊਨ ਹੈ, ਜਿਸ ਕਰਕੇ ਉਹਨਾਂ ਦੇ ਬੱਚੇ ਵਿੱਚ ਇਨਫੈਕਸ਼ਨ ਨੂੰ ਬਚਾਇਆ ਜਾਂਦਾ। ਔਰ ਦੂਸਰਾ ਇਹ ਹੈ ਵੀ ਜਿਵੇਂ ਕਿ ਅਸੀਂ ਬੱਚੇ ਨੂੰ ਮੈਡੀਸਨ ਦੇ ਰਹੇ ਹਾਂ ਟਾਈਮ ਨਾਲ, ਉਹਦੇ ਨਾਲ ਵੀ ਬੱਚੇ ਨੂੰ ਬਚਾਇਆ ਜਾ ਸਕਦਾ ਹੈ। ਅੱਛਾ, ਖੁਦਾ ਨਾ ਖਾਸਤਾ ਜੇ ਬੱਚਾ ਪੋਜ਼ਿਟਿਵ ਹੋ ਜਾਂਦਾ ਹੈ, ਦੇਖੋ ਮੈਮ ਜਿਹੜੇ ਸਾਡੇ ਪ੍ਰੋਗਰਾਮ ਬੈਠੇ ਹੋਏ ਨਾ, ਸਾਡਾ ਮੇਨ ਇਹੀ ਹੈ ਕਿ ਬੱਚੇ ਤੱਕ ਇਹ ਚੀਜ਼ ਨਾ ਪਹੁੰਚੇ। ਖੁਦਾ ਨਾ ਖਾਸਤਾ ਅਗਰ ਪਹੁੰਚ ਵੀ ਜਾਂਦੀ ਹੈ ਡਿਜ਼ੀਜ਼, ਬੱਚਾ ਪੋਜ਼ਿਟਿਵ ਆ ਜਾਂਦਾ ਹੈ, ਤਾਂ ਉਹਦੇ ਵਿੱਚ ਵੀ ਕੋਈ ਡਰ ਵਾਲੀ ਗੱਲ ਨਹੀਂ ਹੈ। ART ਨਾਲ ਲਿੰਕ ਕੀਤਾ ਜਾਂਦਾ ਹੈ ਬੱਚੇ ਨੂੰ, ਮੈਡੀਸਨ ਉੱਥੋਂ ਮਿਲਦੀ ਹੈ। ਮਤਲਬ ਉਹਦਾ ਜਦੋਂ ਛੋਟਾ ਬੱਚਾ ਹਜੇ ਜਨਮ ਹੋਇਆ, ਨਵਜਾਤ ਹੈ ਬੱਚਾ, ਉਹ ਉਸ ਦਾ ਟ੍ਰੀਟਮੈਂਟ ਉਸੇ ਵੇਲੇ ਸ਼ੁਰੂ ਹੋ ਜਾਂਦਾ? ਨਹੀਂ, ਜਿਵੇਂ ਕਿ ਅਗਰ ਤੇ ਮਦਰ ਨੇ ਮੈਡੀਸਨ ਲਈ ਹੈ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਆਪਣਾ ਮੈਡੀਸਨ ਇਲਾਜ ਪ੍ਰੋਪਰ ਲੈ ਰਹੇ ਨੇ, ਬੱਚਾ ਜਿਵੇਂ ਪੈਦਾ ਹੋਇਆ ਉਹਨੂੰ ਸਾਡੀ ਟੀਮ ਨੇ ਵੀ 45 ਡੇ ਤੱਕ ਇੱਕ ਮੈਡੀਸਨ ਹੈ ਨੈਵਰਾਫਿਨ ਸਿਰਫ ਉਹ ਦੇਣੀ ਹੈ। ਅਗਰ ਉਹ ਬੱਚਾ ਦਵਾਈ ਟਾਈਮ ਨਾਲ ਬੱਚੇ ਨੂੰ ਹੀ ਦਵਾਈ ਦੇ ਰਹੇ ਹੈ ਤਾਂ 45 ਡੇ ਤੋਂ ਬਾਅਦ ਉਹ ਬੱਚੇ ਦਾ ਟੈਸਟ ਲਿਆ ਜਾਂਦਾ ਹੈ। DVS ਬੋਲਦੇ ਹਨ, ਡਰਾਈਵਰ ਸਪੋਰਟ। AD ਦੇ ਵਿੱਚੋਂ ਬੱਚੇ ਦੇ ਬਲੱਡ ਕੱਢਿਆ ਜਾਂਦਾ ਹੈ, ਉਹ ਬਲੱਡ ਨੂੰ ਸੈਂਪਲ ਟੈਸਟ ਕੀਤਾ ਜਾਂਦਾ ਹੈ। ਅਗਰ ਉਹ ਬੱਚਾ ਨੈਗੇਟਿਵ ਆ, ਕੋਈ ਵੀ ਚਾਂਸ ਰਹਿੰਦੇ ਵੀ ਬੱਚਾ ਨੈਗੇਟਿਵ ਹੋਵੇ। ਅਗਰ ਮਤਲਬ ਕਿ ਬਹੁਤ ਹੀ ਜ਼ਿਆਦਾ ਮਾੜੀ ਕਿਸਮਤ ਹੋਵੇ, ਅਗਰ ਬੱਚਾ ਪੋਜ਼ਿਟਿਵ ਆ ਜਾਂਦਾ ਹੈ ਤੇ ਫਿਰ ਨਾਲ ਹੀ ਉਸ ਬੱਚੇ ਦਾ ਵੀ ਟ੍ਰੀਟਮੈਂਟ ਸਟਾਰਟ ਕੀਤਾ ਜਾਂਦਾ ਹੈ ART ਸੈਂਟਰ ਤੋਂ ਜੀ। ਯਾਨੀ ਇਲਾਜ ਹਰ ਚੀਜ਼ ਦਾ ਹੈ, ਇਲਾਜ ਹਰ ਇੱਕ ਚੀਜ਼ ਦਾ, ਬਸ ਇਹ ਹੈ ਕਿ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਅਸੀਂ ਘਬਰਾ ਜਾਂਦੇ ਹਾਂ ਜੀ। ਤੇ ਇਹ ਪੂਰਾ ਇਲਾਜ ਦਾ ਪ੍ਰੋਸੀਜਰ ਤੁਸੀਂ ਦੱਸੋ, ਕਿੰਨੀ ਦੇਰ ਤੱਕ ਇਲਾਜ ਚੱਲਦਾ ਹੈ? ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਦਵਾਈਆਂ ਕੁਝ ਸਮੇਂ ਖਾ ਕੇ ਹਟ ਜਾਂਦੇ, ਛੱਡ ਦਿੰਦੇ ਹਾਂ ਦਵਾਈਆਂ ਕਿ ਨਹੀਂ ਬਸ ਬਹੁਤ ਹੋ ਗਿਆ, ਤੇ ਦਵਾਈਆਂ ਛੱਡਣ ਨਾਲ ਕੀ ਇਹ ਫਿਰ ਦੁਬਾਰਾ ਜਿਹੜੀ ਇਨਫੈਕਸ਼ਨ ਜਿਹੜੀ ਹੈ ਜ਼ਿਆਦਾ ਹੋਣ ਦਾ ਡਰ ਹੁੰਦਾ? ਬਿਲਕੁਲ ਮੈਮ, ਇਹ ਤੁਸੀਂ ਬਹੁਤ ਅੱਛਾ ਸਵਾਲ ਮੈਨੂੰ ਕੀਤਾ। ਮੇਨ ਟਾਰਗੇਟ ਵੀ ਸਾਡਾ ਇਸੇ ਚੀਜ਼ ਦੇ ਉੱਪਰ ਚੱਲ ਰਿਹਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਿਹਾਨ ਦੇ ਵਿੱਚ ਕੀ ਹੁੰਦਾ ਹੈ, ਸਾਡੇ ਕੋਲ ART ਸੈਂਟਰ ਤੋਂ ਇੱਕ ਲਿਸਟ ਆਉਂਦੀ ਹੈ ਜਿਸ ਵਿੱਚ ਆਉਂਦਾ ਹੈ ਵੀ ਕਿਹੜੇ ਬੰਦੇ ਦਵਾਈ ਖਾ ਰਹੇ ਹਨ ਔਰ ਕਿਹੜੇ ਛੱਡ ਚੁੱਕੇ ਹਨ। ਸਾਡਾ ਮੇਨ ਕੰਮ ਹੈ ਜਿਹੜੇ ਛੱਡ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਲਿੰਕ ਕਰਨਾ ਮੈਡੀਸਨ ਦੇ ਵਿੱਚ ਜਾ ਕੇ। ਪਿੰਡਾਂ ਵਿੱਚ ਰਹਿੰਦੇ ਸਾਡੇ ਲੋਕ, ਕੁਝ ਸ਼ਹਿਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਲੱਗਦਾ ਹੈ ਵੀ ਬਸ 2 ਮਹੀਨੇ ਜਾਂ 3 ਮਹੀਨੇ ਦਵਾਈ ਖਾਧੀ ਹੈ, ਹੁਣ ਸਾਨੂੰ ਦਵਾਈ ਦੀ ਜ਼ਰੂਰਤ ਨਹੀਂ ਹੈ। ਜਦ ਕਿ HIV ਦੀ ਜਿਹੜੀ ਮੈਡੀਸਨ ਹੈ, ART ਮੈਡੀਸਨ ਹੈ, ਇਹ ਸਾਨੂੰ ਲਾਈਫ ਟਾਈਮ ਖਾਣੀ ਪੈਂਦੀ ਹੈ। ਅੱਛਾ ਜੀ, ਹੈ ਨਾ। ਦੇਖੋ ਸ਼ੂਗਰ ਦੀ ਮੈਡੀਸਨ ਵੀ ਤਾਂ ਲੈਣੀ ਹੈ, BP ਦੀ ਵੀ ਲੈਣੀ, ਇਹ ਵੀ ਇੱਕ ਗੋਲੀ ਹੈ ਨਾ ਜੋ ਪਿਲਸ ਹੈ, ਇੱਕ ਹੀ ਗੋਲੀ ਹੈ ਜੋ ਕਿ ਰਾਤ ਨੂੰ ਖਾਣੀ ਹੁੰਦੀ ਹੈ ਨਾ। ਜੋ ਕੁਝ ਲੋਕ ਜਿਹੜੇ ਮੈਡੀਸਨ ਛੱਡ ਦਿੰਦੇ ਹਨ, ਸਾਡੇ ਕੋਲ ਜਿਹੜੀ ਪੋਜੀਸ਼ਨ ਹੈ ਹੈਲਥ ਪ੍ਰਮੋਟਰ, ਇਹ ਪਿੰਡਾਂ ਵਿੱਚ ਜਾਂਦੇ ਹਨ, ਉਹ ਲੋਕਾਂ ਨੂੰ ਲੱਭਦੇ ਹਨ, ਉਹ ਲੋਕਾਂ ਨੂੰ ਲੱਭ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਵੀ ਤੁਹਾਨੂੰ ਦਵਾਈ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਦੁਬਾਰਾ ਦਵਾਈ ਦੇ ਨਾਲ ਜੋੜਦੇ ਹਨ ਜੀ। ਔਰ ਕਈ ਵਾਰੀ ਇਹ ਵੀ ਵਹਿਮ ਹੋ ਜਾਂਦਾ ਹੈ ਕਿ ਜੇਕਰ ਇਹੋ ਜਿਹੀ ਬਿਮਾਰੀ ਸਾਨੂੰ ਲੱਗ ਗਈ ਹੈ ਤੇ ਸਾਡੀ ਉਮਰ ਘਟ ਗਈ ਹੈ ਜੀ, ਐਸਾ ਕੁਝ ਨਹੀਂ ਹੈ। ਮੇਰੇ ਸੈਂਟਰ ਦੇ ਵਿੱਚ ਜੋ ਮਤਲਬ ਮੇਰਾ ਐਕਸਪੀਰੀਅੰਸ ਕਹਿੰਦਾ ਹੈ, ਮੈਂ ਬਹੁਤ ਸਾਰੇ ਕਿਉਂਕਿ ਅਸੀਂ ਕੰਮ ਹੀ HIV ਪੋਜ਼ਿਟਿਵ ਪਰਸਨ ਦੇ ਨਾਲ ਕੰਮ ਕਰ ਰਹੇ ਹਾਂ, ਸਾਡੇ ਕੋਲ ਬੜੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਉਂਦੇ ਹਨ ਤੇ ਉਹਦੇ ਵਿੱਚ ਮੈਕਸਿਮਮ ਏਜ
80 ਸਾਲ 90 ਸਾਲ ਅੱਜ ਤੱਕ ਆਮ ਲੋਕਾਂ ਦੀ ਵੀ ਇੰਨੀ ਕੀ ਹੈ ਜੀ। ਤੇ ਮੈਂ ਆਪਣੇ HIV ਪੋਜ਼ਿਟਿਵ ਪਰਸਨ ਵੀ ਦੇਖੇ ਨੇ ਵੀ ਉਹਨਾਂ ਦੀ ਏਜ ਵੀ ਇੰਨੀ ਨਹੀਂ ਹੈਗੀ ਹੈ। ਜੀ। ਮੈਂ ਕੋਈ ਵੀ ਐਸੀ ਡਰ ਦੀ ਗੱਲ ਨਹੀਂ ਹੈ ਵੀ HIV ਹੋ ਗਈ ਤੇ ਬੰਦਾ ਖਤਮ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਲਾਜ ਕਰਵਾਓ ਔਰ ਲੰਬੀ ਲਾਈਫ ਜੀ ਸਕਦਾ ਹੈ ਬੰਦਾ। ਜੀ, ਤੇ ਜੇਕਰ ਆਪਾਂ ਦੇਖੀਏ ਕਿ ਸਮਾਜ ਦੇ ਵਿੱਚ ਆਉਣ ਵਾਲੇ ਸਮੇਂ ਤੇ HIV ਏਡਸ ਤੇ ਪੂਰੀ ਤਰ੍ਹਾਂ ਰੋਕਥਾਮ ਲਗਾਈ ਜਾ ਸਕੇ ਤੇ ਕੀ ਉਪਰਾਲੇ ਸਾਨੂੰ ਵਿਅਕਤੀਗਤ ਤੌਰ ਤੇ ਕਰਨੇ ਚਾਹੀਦੇ? ਮੈਮ ਦੇਖੋ, ਅਗਰ HIV ਨੂੰ ਅਸੀਂ ਇੱਕ ਰੋਕ, ਦੇਖੋ ਅੱਜ ਤੋਂ ਪਹਿਲਾਂ ਪੋਲੀਓ ਵੀ ਹੁੰਦਾ ਰਿਹਾ, ਪੋਲੀਓ ਦੇ ਵੀ ਅਸੀਂ ਰੋਕਥਾਮ ਲਗਾ ਚੁੱਕੇ ਹਾਂ ਇੰਡੀਆ ਦੇ ਵਿੱਚ ਲਗਭਗ ਨਾ, ਵੀ ਟਾਈਮ ਨਾਲ ਕੈਂਪ ਲੱਗਦੇ ਹਨ, ਮੈਡੀਸਿਨ ਦਿੱਤੀ ਜਾਂਦੀ ਹੈ ਤਾਂ ਬੰਦਾ HIV ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਜਿਹੜੇ HIV ਨੂੰ ਲੈ ਕੇ ਅਵੇਅਰ ਮਤਲਬ ਅਗਰ ਜਾਣਕਾਰੀ ਹੀ ਬਚਾਅ। ਅਗਰ ਅੱਜ ਅਸੀਂ HIV ਦਾ ਲੈਕਚਰ ਸੁਣਿਆ ਹੈ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹ ਗਲਤੀ ਨਹੀਂ ਕਰਾਂਗੇ ਕਿਉਂਕਿ ਸਾਨੂੰ ਜਾਣਕਾਰੀ ਹੈਗੀ ਹੈ। ਇਹਦਾ ਬਸ ਇਹੀ ਹੈ ਵੀ ਇਸ ਨੂੰ ਖਤਮ ਕਰਨ ਵਾਸਤੇ ਸਾਨੂੰ ਅਵੇਅਰ ਰਹਿਣਾ ਪਏਗਾ ਜੀ। ਅੱਜ ਅਸੀਂ ਸੁਣਿਆ ਨਾਲ ਆਪਣੇ 4 ਲੋਕਾਂ ਨੂੰ ਵੀ ਇਸ ਚੀਜ਼ ਦਾ ਇਹ ਕਾਰਨ ਹੈ। ਅਗਰ ਕਾਰਨ ਪਤਾ ਹੈ ਤਾਂ ਡੈਫੀਨੇਟਲੀ ਇਹ ਚੀਜ਼ ਨੂੰ ਹੀ ਕੰਟਰੋਲ ਕਰ ਸਕਦੇ ਹਾਂ। ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਔਰ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਕਿਉਂਕਿ ਪ੍ਰੋਗਰਾਮ ਹੈ ਜੀ ਗੱਲਾਂ ਤੇ ਗੀਤ। ਸਮਾਂ ਹੋ ਗਿਆ ਜੀ ਗੀਤ ਦਾ, ਵੇਖਦੇ ਹਾਂ ਜੀ ਗੀਤ। ਸੁਖਦਾਨੀ ਸਾਂ ਵਿੱਚ ਰਹਿਣਾ ਫੀਜ਼ਾਂ ਤੂੰ ਤਾਰ ਹੋ ਗਿਆ, ਸਾਂ ਸੁਖਦਾਨੀ ਸਾਂ ਵਿੱਚ ਰਹਿਣਾ ਫੀਜ਼ਾਂ ਤੂੰ ਤਾਰ ਹੋ ਗਿਆ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਤਾਂ ਹੀ ਖੁਆਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਸੋਚਾਂ ਦੀਆਂ ਸ਼ਾਖਾਂ ਤੇ ਵਿਗਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ, ਸੋਚਾਂ ਦੀਆਂ ਸ਼ਾਖਾਂ ਤੇ ਗਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ, ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ, ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ, ਮਨੁੱਖਤਾ ਤੇ ਵਾਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਪਾਣੀ ਗੰਦਾ ਹੋ ਗਿਆ, ਸਹਾਰਾ ਕਿਹੜਾ ਜੀਣ ਨੂੰ, ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ, ਪਾਣੀ ਗੰਦਾ ਹੋ ਗਿਆ, ਸਹਾਰਾ ਕਿਹੜਾ ਜੀਣ ਨੂੰ, ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ, ਰੱਬ ਰਹਿਮਤਾਂ ਕਰੂਗਾ ਜਗ ਵਾਲਿਆ, ਰੱਬ ਰਹਿਮਤਾਂ ਕਰੂਗਾ ਜਗ ਵਾਲਿਆ, ਜੇ ਆਪ ਜ਼ਿੰਮੇਵਾਰ ਹੋ ਗਿਆ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। छोटू के लिए छोटू सा बेड, छोटू सा टेडी, छोटू ब्लैंकेट, इन मच्छरों को भगाने आया नया गुड नाइट छोटू लिक्विड, सिर्फ 50 रुपए में। आपकी छोटू सी फैमिली के लिए गुड नाइट का नया छोटू लिक्विड सिर्फ 50 रुपए में। घर में मेहमान आने वाले हैं। मेहमान नहीं यार, मैं आज किसी से नहीं मिल सकता, मेरे बालों को तो देखो।
कौन हो तुम? I'm Godrej Air Power Pocket. You smell nice. गोदरेज एयर पावर पॉकेट, इसकी पावर जेट टेक्नोलॉजी रखे बाथरूम खुशबूदार पूरे 30 दिनों तक। अब तो ये मेहमान कभी नहीं जाएंगे यार। पहला कमजोरी होवेगी, फिर बुखार, फिर ब्लड टेस्ट। पर तू डरी ना, मम्मी तेनू भी हॉस्पिटल ले जाणगे। डैडी ਨੂੰ ਮੱਛਰ ਨੇ ਕੱਟਿਆ ਸੀ ਨਾ, ਹੁਣ ਉਸ ਨੂੰ ਵੀ ਡੇਂਗੂ ਹੋਵੇਗਾ। ਟੈਡੀ ਨੂੰ ਬੋਲ ਦੇ, ਹੁਣ ਇਸ ਘਰ ਵਿੱਚ ਕਿਸੇ ਨੂੰ ਡੇਂਗੂ ਨਹੀਂ ਹੋਵੇਗਾ। ਕਾਲਾ ਹਿੱਟ, ਇਹ ਮੱਛਰਾਂ ਨੂੰ ਮਾਰ ਡਿਗਾਏ ਅਤੇ ਡੇਂਗੂ ਤੋਂ ਬਚਾਏ। ਕਾਲਾ ਹਿੱਟ। हैंड वॉश ऐड है ना, एक डॉक्टर होगा, एक छोटा बच्चा जिससे 2 गंदे हाथ ਅਤੇ एक सुपर स्मार्ट मम्मी है ना। चलो हैंड वॉश दो। अरे ਇਹ ਤੇ ਸੈਸ਼ੇ ਹੈ। ਮੈਮ ਇਹ ਸੈਸ਼ੇ ਹੀ ਹੈਂਡ ਵਾਸ਼ ਹੈ। ਇਸ ਦੇ ਮੈਜੀਕਲ ਪਾਊਡਰ ਨੂੰ ਪਾਣੀ ਵਿੱਚ ਮਿਲਾਓ, ਸ਼ੇਕ ਕਰੋ ਅਤੇ ਸਾਬਣ ਦੀ ਕੀਮਤ ਵਿੱਚ ਗੋਦਰੇਜ ਮੈਜਿਕ ਹੈਂਡ ਵਾਸ਼ ਤਿਆਰ। ਨਾਓ ਦੈਟਸ ਮੈਜਿਕ। ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਔਰ ਬਿਮਾਰੀਆਂ ਸੰਬੰਧੀ ਜਾਗਰੂਕਤਾ ਅੱਜ ਦਾ ਵਿਸ਼ਾ ਹੈ ਔਰ ਸ਼੍ਰੀ ਪੁਨੀਤ ਕੁਮਾਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਨੈਸ਼ਨਲ ਏਡ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਨੇ ਜੀ। ਆਪਾਂ ਏਡਸ ਬਾਰੇ ਗੱਲ ਕੀਤੀ ਸੀ ਤੇ ਤੁਹਾਨੂੰ ਦੱਸਿਆ ਸੀ ਆਪਾਂ ਸ਼ੁਰੂਆਤ ਦੇ ਵਿੱਚ ਕਿ ਆਪਾਂ 3 ਬਿਮਾਰੀਆਂ ਜਿਹਨਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਬਿਮਾਰੀ ਜੋ ਕਿ ਹੈ ਟੀਬੀ ਬਿਮਾਰੀ। ਅਕਸਰ ਆਪਾਂ ਦੇਖਦੇ ਹਾਂ ਕਈ ਵਾਰ ਬੱਚਿਆਂ ਨੂੰ ਵੀ ਹੋ ਜਾਂਦਾ, ਛੋਟੇ ਬੱਚਿਆਂ ਨੂੰ ਹੋ ਜਾਂਦਾ, ਨੌਜਵਾਨਾਂ ਨੂੰ ਵੀ ਹੋ ਜਾਂਦਾ, ਹਰ ਉਮਰ ਦੇ ਲੋਕਾਂ ਨੂੰ ਆਪਾਂ ਸੁਣਨ ਨੂੰ ਮਿਲਦਾ ਹੈ ਕਿ ਟੀਬੀ ਹੋ ਗਿਆ। ਕੀ ਹੈ ਇਹ ਟੀਬੀ ਦੀ ਵੀ ਸਮੱਸਿਆ? ਜੀ ਟੀਬੀ ਦੀ ਸਮੱਸਿਆ ਇਹ ਹੈ ਕਿ ਜਿਵੇਂ HIV, ਕਿਉਂਕਿ ਸਾਡਾ ਮੇਨ ਵਿਸ਼ਾ ਹੈਗਾ HIV ਇਨਸਾਨ ਨੂੰ ਹੋ ਜਾਂਦੀ ਹੈ ਤਾਂ ਉਹਦਾ ਇਮਿਊਨਿਟੀ ਸਿਸਟਮ ਬਹੁਤ ਡਾਊਨ ਹੋਣ ਕਰਕੇ ਉਹਨੂੰ ਕੋ ਇਨਫੈਕਸ਼ਨ, ਜਿਵੇਂ ਕਿ ਉਹਦੇ ਵਿੱਚੋਂ ਟੀਬੀ ਵੀ ਹੈ ਜੀ, ਉਹਨੂੰ ਟੀਬੀ ਵੀ ਹੋ ਸਕਦਾ ਹੈ। ਉਹ ਟੀਬੀ ਹੋਣ ਦਾ ਕਾਰਨ ਇਹੀ ਹੈ ਕਿ ਬੰਦੇ ਦਾ ਇਮਿਊਨਿਟੀ ਸਿਸਟਮ ਹੈ ਉਹ ਬਹੁਤ ਡਾਊਨ ਹੈ ਤਾਂ ਉਸ ਨੂੰ ਅਲੱਗ-ਅਲੱਗ ਤਰ੍ਹਾਂ ਬਿਮਾਰੀਆਂ ਘੇਰ ਲੈਂਦੀਆਂ ਹਨ। ਉਹਨਾਂ ਵਿੱਚੋਂ ਟੀਬੀ ਹੈ। ਟੀਬੀ ਅਗਰ ਕਿਸੇ ਇਨਸਾਨ ਨੂੰ ਹੈ, ਇਹ ਹਵਾ ਦੇ ਕੰਟੈਕਟ ਵਿੱਚ ਹੁੰਦਾ ਇਹਦਾ ਵਾਇਰਸ ਜੀ, ਤੇ HIV ਜਿਹੜਾ ਪੋਜ਼ਿਟਿਵ ਪੇਸ਼ੈਂਟ ਹੈ ਉਹਨੂੰ ਟੀਬੀ ਛੇਤੀ ਕੈਪਚਰ ਕਰ ਲੈਂਦੀ ਹੈ ਜੀ। ਟੀਬੀ ਦਾ ਜਿਹੜਾ ਆਪਣਾ ਕੀਟਾਣੂ ਹੈ ਜਾਂ ਜਿਹੜਾ ਵਾਇਰਸ ਹੈ ਉਹ ਹਰ ਇੱਕ ਦੇ ਅੰਦਰ ਹੁੰਦਾ ਹੈ ਲੇਕਿਨ ਉਹ ਐਕਟਿਵ ਨਹੀਂ ਹੁੰਦਾ। ਅੱਛਾ ਜੀ, ਇਹੋ ਜਿਹੀ ਮਤਲਬ ਜਿਨ੍ਹਾਂ ਨੂੰ HIV ਜਿਹੜੇ ਪੋਜ਼ਿਟਿਵ ਹੈ ਜਾਂ ਜਿਹੜੇ ਨਾਰਮਲ ਇਨਸਾਨ ਆ ਉਹਨਾਂ ਨੂੰ ਵੀ ਟੀਬੀ ਆਪਾਂ ਦੇਖਦੇ ਹਾਂ ਜੀ, ਉਹਨਾਂ ਨੂੰ ਵੀ ਹੁੰਦੀ ਹੈ ਨਾ। ਟੀਬੀ ਦਾ ਜਿਹੜਾ ਵਾਇਰਸ ਆ ਉਹ ਹਰ ਇੱਕ ਦੇ ਅੰਦਰ ਹੈ ਲੇਕਿਨ ਉਹ ਐਕਟਿਵ ਨਹੀਂ ਹੈ। ਲੇਕਿਨ HIV ਵਿਅਕਤੀ ਨੂੰ ਇਹ ਛੇਤੀ ਹੀ ਐਕਟਿਵ ਹੋ ਜਾਂਦਾ ਹੈ ਅਗਰ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਹੈ ਤਾਂ ਉਸ ਨੂੰ ਟੀਬੀ ਹੋ ਸਕਦਾ ਹੈ। ਲੇਕਿਨ ਅਗਰ ਟੀਬੀ ਵੀ ਹੋ ਜਾਂਦਾ ਹੈ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਟੀਬੀ ਦਾ ਟ੍ਰੀਟਮੈਂਟ ਵੀ ਸਰਕਾਰ ਵੱਲੋਂ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ। ਸਾਡੇ HIV ਪੋਜ਼ਿਟਿਵ ਪੇਸ਼ੈਂਟ ਨੂੰ ਅਗਰ ਟੀਬੀ ਆ ਜਾਂਦਾ ਹੈ ਜੀ ਤਾਂ ਉਹਨਾਂ ਦਾ ਟ੍ਰੀਟਮੈਂਟ ਨਾਲ ਹੀ ਅਸੀਂ ਡੋਟ ਸੈਂਟਰ ਦੇ ਵਿੱਚ ਸਟਾਰਟ ਕਰਦੇ ਹਨ। ਜਿਹੜਾ ਟੀਬੀ ਦਾ ਜਿਹੜਾ ਟੈਸਟ ਹੈ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਹੈ ਔਰ ਟੀਬੀ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਵੀ ਬਿਲਕੁਲ ਫ੍ਰੀ ਹੈ। ਇਹ ਜਿਹੜਾ ਕੋਰਸ ਹੈ ਲਗਭਗ 6 ਮੰਥ ਤੱਕ ਚੱਲਦਾ ਹੈ। 6 ਮਹੀਨੇ ਤੱਕ ਦਵਾਈ ਖਾਣੀ ਹੁੰਦੀ ਹੈ ਔਰ ਦਵਾਈ ਖਾਣ ਤੋਂ ਬਾਅਦ ਦੁਬਾਰਾ ਉਸ ਦਾ ਟੈਸਟ ਲਿੱਤਾ ਜਾਂਦਾ ਹੈ ਤੇ ਆਲਮੋਸਟ ਬੰਦਾ ਨੈਗੇਟਿਵ ਹੁੰਦਾ ਹੈ ਜੀ ਜੀ। ਔਰ ਇਹ ਤਾਂ ਤੁਸੀਂ ਦੱਸਿਆ ਨਾ ਵੀ HIV ਜਿਹੜੇ ਗ੍ਰਸਤ ਆ ਉਹਨਾਂ ਨੂੰ ਟੀਬੀ ਜੇਕਰ ਹੋ ਜਾਵੇ ਤੇ ਕਈ ਵਾਰ ਹੁੰਦਾ ਹੈ ਕਿ ਜਦੋਂ ਛੋਟੇ ਬੱਚਿਆਂ ਨੂੰ ਬਹੁਤ ਲੰਬੇ ਸਮੇਂ ਤੋਂ ਖੰਘ ਆ ਰਹੀ ਹੈ ਤਾਂ ਵੀ ਡਾਕਟਰ ਜਿਹੜੇ ਆ ਟੀਬੀ ਦਾ ਟੈਸਟ ਲੈਂਦੇ ਆ ਤੇ ਉਹ ਕੀ ਕਾਰਨ ਬਣਦੇ ਆ ਜਿਹੜਾ ਉਹਦਾ ਜਿਹੜਾ ਟੀਬੀ ਹੁੰਦਾ ਹੈ? ਮੈਂ ਟੀਬੀ ਹੁੰਦਾ ਉਹਨਾਂ ਨੂੰ ਕਾਰਨ ਇਹ ਵੀ ਹੋ ਸਕਦਾ ਵੀ ਉਹਨਾਂ ਦੀ ਫੈਮਿਲੀ ਵਿੱਚੋਂ ਜਾ ਕੇ ਟੀਬੀ ਹੋ ਸਕਦੀ ਹੈ। ਅੱਛਾ ਜੀ, ਕਿਉਂਕਿ ਇਹਦੇ ਜਿਹੜੇ ਕੀਟਾਣੂ ਹਵਾ ਦੇ ਵਿੱਚ ਕੰਟੈਕਟ ਕਮਿਊਨੀਕੇਬਲ ਡਿਜ਼ੀਜ਼ ਕਹਿ ਸਕਦੇ ਹਾਂ ਜੀ। ਤੇ ਮੰਨ ਲਓ ਘਰ ਦੇ ਵਿੱਚ ਕਿਸੇ ਨੂੰ ਟੀਬੀ ਹੈ ਤੇ ਉਹ ਬੱਚਿਆਂ ਤੱਕ ਵੀ ਛੇਤੀ ਪਹੁੰਚ ਸਕਦੀ ਹੈ ਕਿਉਂਕਿ ਬੱਚਿਆਂ ਦਾ ਇਮਿਊਨਿਟੀ ਸਿਸਟਮ ਵੀ ਡਾਊਨ ਹੁੰਦਾ ਹੈ ਨਾ, ਮਤਲਬ ਵੀ ਵੀਕ ਹੋਣ ਕਰਕੇ ਬੱਚਿਆਂ ਨੂੰ ਵੀ ਇਹ ਚੀਜ਼ ਆ ਸਕਦੀ ਹੈ ਜੀ। ਯਾਨੀ ਜਿਵੇਂ ਆਪਾਂ HIV AIDS ਦੀ ਗੱਲ ਕੀਤੀ ਸੀ ਇਹ ਬਿਲਕੁਲ ਉਸ ਦੇ ਵਿਪਰੀਤ ਹੈ ਜੀ। ਤੇ ਇਹ ਜਿਹੜਾ ਆ ਹਵਾ ਦੇ ਵਿੱਚ ਇੱਕ ਦੂਸਰੇ ਦੇ ਨਾਲ ਖਾਣ ਨਾਲ, ਝੂਠਾ ਖਾਣ ਨਾਲ ਵੀ ਹੁੰਦਾ ਹੈ ਔਰ ਇੱਕ ਦੂਸਰੇ ਦੇ ਨਾਲ ਰਹਿਣ ਨਾਲ ਵੀ ਹੋ ਸਕਦਾ ਹੈ ਜੀ। ਔਰ ਕੀ ਲੱਛਣ ਹੁੰਦੇ ਨੇ ਜਿਹੜੇ ਟੀਬੀ ਗ੍ਰਸਤ ਲੋਕ ਨੇ, HIV AIDS ਵਾਲੇ ਵੀ ਔਰ ਜਿਹੜੇ ਦੂਸਰੇ ਜੀ? ਟੀਬੀ ਦੇ ਲੱਛਣ ਮੈਂ ਇਹੀ ਹੈ ਵੀ ਬੰਦੇ ਨੂੰ ਜਿਹੜੀ ਖਾਂਸੀ ਹੈ ਲਗਾਤਾਰ ਹੋਣੀ, ਅਗਰ 10 ਦਿਨ ਤੋਂ ਬਾਅਦ ਤੁਹਾਨੂੰ ਖਾਂਸੀ ਹੈ ਤੇ ਡੈਫੀਨਿਟਲੀ ਤੁਹਾਨੂੰ ਜਿਹੜਾ ਟੈਸਟ ਹੈ ਟੀਬੀ ਦਾ ਕਰਾਉਣਾ ਚਾਹੀਦਾ ਹੈ ਕਿ ਕਿਤੇ ਟੀਬੀ ਤੇ ਨਹੀਂ ਹੈ ਜੀ। ਕਿਉਂਕਿ ਅਗਰ ਇਸ ਚੀਜ਼ ਨੂੰ ਵੀ ਇਗਨੋਰ ਕਰਦੇ ਹਾਂ ਤੇ ਟੀਬੀ ਨਾਲ ਵੀ ਬੰਦੇ ਦੀ ਡੈਥ ਹੋ ਸਕਦੀ ਹੈ ਜੀ। HIV ਪੋਜ਼ਿਟਿਵ ਪਰਸਨ ਦਾ ਜਦੋਂ ਟੀਬੀ ਹੋ ਜਾਂਦਾ ਹੈ ਤੇ ਉਹਦਾ HIV ਦਾ ਟ੍ਰੀਟਮੈਂਟ ਵੀ ਚੱਲਦਾ ਹੈ ਤੇ ਨਾਲ ਹੀ ਟੀਬੀ ਦਾ ਵੀ, ਔਰ ਇਹ ਦੋਨੇ ਟ੍ਰੀਟਮੈਂਟ ਚੱਲਦੇ ਹਨ। ਟੀਬੀ ਦਾ ਜਿਹੜਾ ਟ੍ਰੀਟਮੈਂਟ ਹੈ 6 ਮਹੀਨੇ ਤੱਕ ਚੱਲਦਾ ਹੈ। 6 ਮਹੀਨੇ ਦਵਾਈ ਖਾਣ ਤੋਂ ਬਾਅਦ ਉਹ ਬੰਦਾ ਠੀਕ ਹੋ ਜਾਂਦਾ ਹੈ ਜੀ। ਤੇ ਇਦਾਂ ਹੀ ਅਸੀਂ ਕਾਰਡਾਂ ਦੀ ਜੇ ਗੱਲ ਕਰੀਏ ਕੀ ਕਾਰਨ ਬਣਦੇ? ਇੱਕ ਤਾਂ ਇਮਿਊਨਿਟੀ ਸਿਸਟਮ ਤੁਸੀਂ ਕਿਹਾ ਡਾਊਨ ਹੋ ਜਾਂਦਾ ਹੈ, ਹੋਰ ਕਿਹੜੇ ਕਾਰਨ ਹੁੰਦੇ ਨੇ ਜਿਨ੍ਹਾਂ ਇਹ ਸਮੱਸਿਆ ਫੈਲ ਰਹੀ ਹੈ ਜੀ? ਮੈਮ ਇਹਨਾਂ ਦੇ ਕਾਰਨ ਦੇਖਿਆ ਜਾਏ ਟੀਬੀ ਦੇ ਕਿ ਇੱਕ ਤਾਂ ਮੈਂ ਜਿਵੇਂ ਪਹਿਲੇ ਦੱਸਿਆ ਵੀ ਅਗਰ ਫੈਮਿਲੀ ਵਿੱਚ ਕਿਸੇ ਨੂੰ ਹੈ ਤਾਂ ਉਹਦੇ ਥਰੂ ਇਹ ਹੋ ਸਕਦੀ ਹੈ ਕਿਉਂਕਿ ਇਹਦੇ ਜਿਹੜੇ ਵਾਇਰਸ ਹੈ ਹਵਾ ਦੇ ਕੰਟੈਕਟ ਵਿੱਚ ਆਉਂਦੇ ਹਨ। ਔਰ ਦੂਸਰਾ ਅਗਰ ਕੋਈ ਬੰਦਾ ਸਿਗਰਟ ਦਾ ਇਸਤੇਮਾਲ ਜ਼ਿਆਦਾ ਕਰ ਰਿਹਾ ਹੈ, ਅਲਕੋਹਲ ਜ਼ਿਆਦਾ ਲੈ ਰਿਹਾ ਹੈ ਤਾਂ ਉਹਨੂੰ ਵੀ ਇਹ ਚੀਜ਼ ਆ ਜਾਂਦੀ ਹੈ। ਅੱਛਾ ਜੀ। ਔਰ ਜਿਹੜੇ ਇਹ ਲੋਕ ਆ ਟੀਬੀ ਗ੍ਰਸਤ ਲੋਕ ਆ ਜਾਂ ਪੇਸ਼ੈਂਟ ਆਪਾਂ ਕਹਿ ਸਕਦੇ ਹਾਂ
ਉਹਨਾਂ ਦੀ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਆ, ਖਾਣ ਪੀਣ ਦਿਨ ਚਰਿਆ ਕਿਹੋ ਜਿਹੀ ਹੋਣੀ ਚਾਹੀਦੀ? ਦੇਖੋ ਜੀ, ਕੋਈ ਵੀ ਅਗਰ ਬਿਮਾਰੀ ਹੈ ਤੇ ਬੰਦੇ ਨੂੰ ਜਿਹੜੀ ਖੁਰਾਕ ਹੈ ਜੀ ਉਹ ਆਪਣੀ ਬਿਲਕੁਲ ਸਹੀ ਲੈਣੀ ਚਾਹੀਦੀ ਹਨ। ਅੱਜ ਕੱਲ੍ਹ ਕਿਆ ਹੈ, ਖੁਰਾਕ ਦੇ ਨਾਂ 'ਤੇ ਅਸੀਂ ਬਹੁਤ ਜ਼ਿਆਦਾ ਗਲਤ ਚੀਜ਼ਾਂ ਖਾ ਰਹੇ ਹਾਂ, ਜਿਵੇਂ ਕਿ ਫਾਸਟ ਫੂਡ ਬਹੁਤ ਜ਼ਿਆਦਾ ਖਾਣ ਕਰਕੇ ਬੰਦਾ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਆਪ ਨੂੰ ਉਸ ਟਾਈਮ ਤੇ ਬਹੁਤ ਸਵਾਦ ਲੱਗਦੇ ਹਨ ਵੀ ਬਹੁਤ ਜੀ। ਅੱਛੇ ਹਨ, ਲੇਕਿਨ ਕਿਤੇ ਨਾ ਕਿਤੇ ਉਹ ਆਪਣੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਗਲਤ ਚੀਜ਼ ਹੈਗੀ ਹੈ। ਇਸ ਕਰਕੇ ਮੈਂ ਇਹ ਅਪੀਲ ਕਰਨਾ ਚਾਹਾਂਗਾ, ਜਿਹੜਾ ਆਪਣੀ ਦਿਨਚਰਿਆ ਹੈ ਜਾਂ ਆਪਣੀ ਡੇਲੀ ਦੀ ਰੂਟੀਨ ਹੈ, ਖੁਰਾਕ ਹੈ, ਉਹ ਸਹੀ ਲਿੱਤੀ ਜਾਵੇ ਤਾਂ ਅਸੀਂ ਆਪਣੀ ਜਿਹੜੀ ਸਿਹਤ ਹੈ ਬਿਲਕੁਲ ਤੰਦਰੁਸਤ ਰੱਖ ਸਕਦੇ ਹਨ। ਔਰ ਕੋਈ ਵੀ ਹੈ, ਚਾਹੇ HIV ਇਨਫੈਕਸ਼ਨ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਨਫੈਕਸ਼ਨ ਕਿਸੇ ਨੂੰ ਆਉਂਦਾ ਹੈ, ਤਾਂ ਜਿਹੜੀ ਆਪਣੀ ਖੁਰਾਕ ਹੈ ਉਹ ਸਹੀ ਲੈਣ। ਜਿਵੇਂ ਕਿ ਇਸ ਵਿੱਚ ਬਹੁਤ ਸਾਰੇ ਆਉਂਦੇ ਵੀ ਆਪਣੀ ਗ੍ਰੀਨ ਹਰੀ ਸਬਜ਼ੀਆਂ ਆਉਂਦੀਆਂ ਹਨ, ਆਪਣਾ ਫਰੂਟ ਆਉਂਦਾ ਹੈ ਨਾ, ਸੰਤੁਲਿਤ ਭੋਜਨ ਸੰਤੁਲਿਤ ਭੋਜਨ ਲੈਂਦਾ ਹੈ ਨਾ ਜੀ। ਹਾਂ, ਔਰ ਇਹਦੇ ਵਿੱਚ ਅਸੀਂ ਜਿਹੜੇ ਆਪਣੇ HIV ਪੋਜ਼ਿਟਿਵ ਪੇਸ਼ੈਂਟ ਹੈ, ਇਹਨਾਂ ਨੂੰ ਜ਼ਿਆਦਾ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ। ਇਹਦੇ ਵਿੱਚ ਸੋਇਆਬੀਨ, ਨਿਊਟਰੀ, ਆਪਣਾ ਸਪਰੈਡ ਦਾਲਾਂ ਇਹ ਲਵੋ, ਪ੍ਰੋਟੀਨ ਵਾਲੀਆਂ ਨਾ, ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਔਰ HIV ਇਨਫੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖਾਣ ਪੀਣ ਤੋਂ ਨਹੀਂ ਪਰਹੇਜ਼ ਹੁੰਦਾ ਹੈ, ਜੋ ਉਸ ਦੀ ਸਿਹਤ ਵਾਸਤੇ ਜ਼ਰੂਰੀ ਹੈ ਉਹ ਲੈ ਸਕਦਾ ਹੈ। ਅੱਛਾ ਜੀ। ਹਾਂਜੀ, ਜਿਵੇਂ ਕਿ ਨੌਨ ਵੈਜ ਵੀ ਲੈ ਸਕਦਾ ਇਹਦੇ ਵਿੱਚ ਜੀ। ਤੇ ਕਈ ਵਾਰ ਆਪਾਂ ਡਾਕਟਰ ਦੇ ਜਾਣ ਤੋਂ ਘਬਰਾਉਂਦੇ ਆ ਤੇ ਘਰੇਲੂ ਨੁਸਖੇ ਵੀ ਅਪਣਾਉਂਦੇ ਆ ਨਾ। ਕੋਈ ਵੀ ਛੋਟੀ ਜਿਹੀ ਬਿਮਾਰੀ, ਜੇ ਕਿਸੇ ਨੇ ਛਿੱਕ ਵੀ ਮਾਰ ਦਿੱਤੀ ਆ ਤਾਂ ਕਹਿ ਦੋ ਜੀ ਘਰ ਦਾ ਕੋਈ ਦੇਸੀ ਇਲਾਜ ਕਰ ਲਈਏ, ਜੇ ਖੰਘ ਹੋ ਗਈ ਆ ਤੇ ਕਾੜਾ ਪੀ ਲਓ ਨਾ। ਤੇ ਇਹ ਜਿਹੜੀਆਂ ਭਿਆਨਕ ਬਿਮਾਰੀਆਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਕਿ ਇਹਨਾਂ ਦੇ ਵੀ ਕੋਈ ਘਰੇਲੂ ਨੁਸਖੇ ਨੇ? ਬਿਲਕੁਲ ਜੀ, ਦੇਖੋ ਕੁਦਰਤ ਦੇ ਹੱਥ ਵਿੱਚ ਵੀ ਬਹੁਤ ਕੁਝ ਹੈਗਾ। HIV ਆ ਗਿਆ ਤਾਂ ਇਨਸਾਨ ਜੀਣ ਦੀ ਹੋਪ ਛੱਡ ਦਿੰਦਾ ਹੈ, ਦਵਾਈਆਂ 'ਤੇ ਆ ਜਾਂਦਾ ਹੈ। ਉਹਨੂੰ ਲੱਗਦਾ ਹੈ ਵੀ ਮੈਂ ਦਵਾਈਆਂ ਹੀ ਖਾਊਂਗਾ ਤਾਂ ਬਚਾਂਗਾ, ਤਾਂ ਉਹ ਜ਼ਰੂਰੀ ਵੀ ਹੈ, ਦਵਾਈਆਂ ਵੀ ਬਹੁਤ ਜ਼ਰੂਰੀ ਹਨ। ਦਵਾਈਆਂ ਦੇ ਨਾਲ ਨਾਲ ਆਪਣੇ ਖਾਣ ਪੀਣ ਦੇ ਵਿੱਚ ਕੁਝ ਚੀਜ਼ਾਂ ਐਕਸਟਰਾ ਐਡ ਕਰ ਲੈਣ, ਜਿਵੇਂ ਕਿ ਸਾਡਾ ਤੁਲਸੀ ਹੈ, ਐਲੋਵੇਰਾ ਹੈ ਜਾਂ ਕੁਛ ਹਲਦੀ ਹੈ। ਇਹ ਚੀਜ਼ਾਂ ਸਾਡੇ ਜਿਹੜੇ ਬਲੱਡ ਨੂੰ ਹੈ ਇਹ ਬਿਲਕੁਲ ਪਿਉਰੀਫਾਈ ਕਰਦੀਆਂ, ਸਾਫ਼ ਕਰਦੀਆਂ ਹਨ। ਦਿਨ ਦੇ ਵਿੱਚ ਤੁਲਸੀ, ਐਲੋਵੇਰਾ, ਨੀਮ ਵਗੈਰਾ ਵੀ ਇਨਸਾਨ ਲੈਣਾ ਸਟਾਰਟ ਕਰਦੇ ਉਸ ਤਰੀਕਿਆਂ ਦੇ ਨਾਲ, ਜਿਵੇਂ ਕਿ ਸਾਡੇ ਪੁਰਾਣੇ ਨੁਕਤੇ ਹਨ ਵੀ ਨੀਮ ਕਿੱਦਾਂ ਲੈਣਾ ਹੈ, ਪਿਓਰਾ ਘੋਟ ਕੇ ਉਹਦਾ ਜੂਸ ਲੈ ਸਕਦੇ ਹਾਂ। ਐਲੋਵੇਰਾ ਹੈ, ਅੱਜ ਕੱਲ੍ਹ ਤਾਂ ਮਾਰਕੀਟ ਵਿੱਚ ਵੀ ਕਾਫੀ ਸਾਰੇ ਜੂਸ ਵਗੈਰਾ ਮਿਲ ਰਹੇ ਹਨ ਐਲੋਵੇਰਾ। ਇਹ ਚੀਜ਼ਾਂ ਵੀ ਆਪਣੀ ਰੂਟੀਨ ਦੇ ਵਿੱਚ ਅਗਰ ਲੈ ਕੇ ਆਉਂਦਾ ਹੈ ਬੰਦਾ ਤੇ ਆਪਣੇ ਆਪ ਨੂੰ ਸਵਸਥ ਰੱਖ ਸਕਦਾ ਹੈ ਜੀ। ਔਰ ਜਿਹੜੇ ਆਪਣੀ ਰਸੋਈ ਦੇ ਵਿੱਚ ਵੀ ਇਹੋ ਜਿਹਾ ਬਹੁਤ ਕੁਝ ਹੈ, ਬਹੁਤ ਸਾਰੇ ਮਸਾਲੇ ਨੇ ਜਿਨ੍ਹਾਂ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਮਸਾਲੇ ਅਸੀਂ ਆਪਣੀ ਦਿਨਚਰਿਆ ਦੇ ਵਿੱਚ ਵਰਤਦੇ ਹਾਂ, ਸਬਜ਼ੀਆਂ ਦੇ ਵਿੱਚ ਪਾਉਂਦੇ ਹਾਂ, ਇਹਦੇ ਵਿੱਚ ਹਲਦੀ, ਜੀਰਾ, ਅਜਵਾਇਣ, ਸੌਂਫ, ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ। ਕਹਿ ਸਕਦੇ ਹਾਂ ਕਿ ਜਿਹੜਾ ਸਾਨੂੰ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਸਟਰੋਂਗ ਕਰਦੀਆਂ ਜੀ। ਔਰ ਰੋਕਥਾਮ ਲਈ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵੀ ਬਹੁਤ ਕੁਝ ਕਰ ਰਹੇ ਹੋ, ਤੁਹਾਡੇ ਤੱਕ ਪਹੁੰਚ ਕਿਵੇਂ ਕੀਤੀ ਜਾ ਸਕੇ? ਕਿਉਂਕਿ ਦਰਸ਼ਕ ਤੁਹਾਨੂੰ ਸੁਣ ਰਹੇ ਨੇ, ਤੁਸੀਂ ਬਹੁਤ ਸਾਰੇ ਪ੍ਰੋਗਰਾਮ ਚਲਾ ਰਹੇ ਹੋ ਜੀ। ਤੁਸੀਂ ਆਪਣੇ ਬਾਰੇ ਦੱਸੋ ਕਿ ਤੁਹਾਡੇ ਤੱਕ ਉਹ ਕਿਸ ਤਰ੍ਹਾਂ ਪਹੁੰਚ ਕਰ ਸਕਦੇ? ਜੀ, ਮੈਂ ਦੱਸਣਾ ਚਾਹਾਂਗਾ ਕਿ ਜਿਵੇਂ ਪਤਾ ਲੱਗ ਗਿਆ ਵੀ ਸਾਨੂੰ HIV ਜਾਂ ਐਵੇਂ ਦਾ ਕੋਈ ਪ੍ਰੋਬਲਮ ਆ ਗਈ ਹੈ, ਤਾਂ ਉਹ ART ਸੈਂਟਰ ਵਿੱਚ ਰਜਿਸਟਰਡ ਹੁੰਦੇ ਹਨ। ਤੁਸੀਂ ਸਾਡਾ ਜਿਹੜਾ ਕੰਟੈਕਟ ਹੈ ਉਹ ART ਸੈਂਟਰ ਤੋਂ ਲੈ ਸਕਦੇ ਹਨ ਵੀ ਸਾਨੂੰ ਇਹ ਦੱਸੋ ਕੇਅਰ ਐਂਡ ਸਪੋਰਟ ਸੈਂਟਰ ਵਿਹਾਨ ਕਿਹੜਾ ਹੈ। ਵਿਹਾਨ ਨਾਲ ਹੀ ਸਾਡੀ ਬਿਲਡਿੰਗ ਹੁੰਦੀ ਹੈ, ਉੱਥੇ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ। ਉੱਥੇ ਜੋ ਵੀ ਤੁਹਾਡੀ ਸਮੱਸਿਆ ਹੈ, ਕਾਉਂਸਲਿੰਗ ਦੀ ਜ਼ਰੂਰਤ ਹੈ, ਕਾਉਂਸਲਿੰਗ ਦਿੱਤੀ ਜਾਏਗੀ। ਮੈਡੀਸਨ ਦੇ ਬਾਰੇ ਜਾਣਕਾਰੀ ਲੈਣੀ, ਮੈਡੀਸਨ ਦੇ ਬਾਰੇ ਦਿੱਤੀ ਜਾਏਗੀ ਜਾਣਕਾਰੀ। ਆਲ ਓਵਰ ਕਈਆਂ ਯੂਥ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਵੀ ਸ਼ਾਇਦ ਸਾਨੂੰ HIV ਹੋ ਗਈ, ਹੁਣ ਸਾਡਾ ਮੈਰਿਜ ਨਹੀਂ ਹੋਣੀ, ਲਾਈਫ ਖਤਮ। ਜਦ ਕਿ ਸਾਡੇ ਕੋਲ ਡਾਟਾ ਹੁੰਦਾ ਹੈ ਲੜਕੀਆਂ ਦਾ ਵੀ ਤੇ ਲੜਕਿਆਂ ਦਾ ਵੀ, ਅਸੀਂ ਆਪਸ ਵਿੱਚ ਉਹਨਾਂ ਦੀ ਮੀਟਿੰਗ ਕਰਵਾ ਕੇ ਤੇ ਉਹਨਾਂ ਦੀ ਮੈਰਿਜ ਕਰਵਾਉਂਦੇ ਹਾਂ। ਬਹੁਤ ਵਧੀਆ ਤੁਸੀਂ ਉਪਰਾਲੇ ਕਰ ਰਹੇ ਹੋ। ਤੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਹੈ TB ਗ੍ਰਸਤ ਜਿਹੜੇ ਲੋਕਾਂ ਨੂੰ? ਕੀ ਕੋਈ ਦਵਾਈਆਂ ਦਿੱਤੀਆਂ ਜਾਂਦੀਆਂ? ਔਰ ਇਹਦੇ ਇਲਾਜ ਬਾਰੇ ਵੀ ਸਾਨੂੰ ਦੱਸੋ ਵੀ ਕੀ ਇਹਦਾ ਇਲਾਜ ਦਾ ਪ੍ਰੋਸੀਜਰ? ਜੀ ਮੈਮ, ਜਿਵੇਂ ਕਿ ਸਰਕਾਰ ਵੱਲੋਂ ਤੇ ਬਹੁਤ ਟਾਈਮ ਤੇ ਉੱਪਰ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਜਿਵੇਂ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਆਪਣੇ ਕੋਐਲੀਸ਼ਨ ਪੀਪਲ ਲਿਵਿੰਗ ਵਿਦ HIV ਵੱਲੋਂ ਹੜ੍ਹ ਪੀੜਤ ਹੁਣ ਜਿਹੜੇ ਲੋਕ ਹਨ, ਸਾਨੂੰ ਖਾਸ ਇੰਸਟਰਕਸ਼ਨਸ ਆਈਆਂ ਸਾਡੇ ਵਿਹਾਨ ਨੂੰ ਵੀ ਜੋ ਮੈਡੀਸਨ ਨਹੀਂ ਲੈਣ ਆ ਸਕਦੇ ਹਨ, ਕਿਉਂਕਿ ਕੁਝ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਪਾਣੀ ਵਗੈਰਾ ਆ ਗਿਆ, ਉਹਨਾਂ ਦੀ ਮੈਡੀਸਨ ਉਹਨਾਂ ਦੇ ਘਰ ਪਹੁੰਚਾਉਣੀ। ਇਹ ਸਰਕਾਰ ਵੱਲੋਂ ਸਾਨੂੰ ਬਹੁਤ ਹੀ ਇੱਕ ਅੱਛਾ ਯੋਗਦਾਨ ਦਿੱਤਾ ਗਿਆ ਹੈ। ਔਰ ਦੂਸਰਾ ਨਿਊਟ੍ਰੀਸ਼ਨ ਕਿਟਸ ਵਗੈਰਾ, ਰਾਸ਼ਨ ਵਗੈਰਾ ਵੀ ਅਸੀਂ ਉਹਨਾਂ ਨੂੰ ਦੇ ਰਹੇ ਹਨ। ਸਾਡੇ ਕੋਲ ਨਾ ਮੈਂ ਇਵੇਂ ਹੁੰਦਾ ਵੀ ਜਿਵੇਂ ਸਾਡੇ ਵਿਹਾਨ ਦੇ ਵਿੱਚ ਨਾ ਆਪਣੇ ਪ੍ਰੋਗਰਾਮ ਨੂੰ ਪ੍ਰਮੋਸ਼ਨ ਕਰਦੇ ਵਕਤ ਸਾਡੇ ਕੋਲ ਕੁਝ ਡੋਨਰ ਆਉਂਦੇ ਹਨ, ਜੋ ਕਿ ਸਾਡੇ ਕੋਲ ਬਹੁਤ ਸਾਰੇ ਡੋਨੇਸ਼ਨ ਕਰਦੇ ਹਨ ਅਲੱਗ-ਅਲੱਗ ਤਰੀਕਿਆਂ ਨਾਲ, ਕਿਉਂਕਿ ਅਸੀਂ ਆਪਣੀ ਰਿਕੁਆਇਰਮੈਂਟ ਦੱਸਦੇ ਹਾਂ ਉਹਨਾਂ ਨੂੰ ਜੀ। ਸਾਡੇ ਕੋਲ ਕੁਝ ਅਜਿਹੇ ਬੱਚੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਮਰ ਚੁੱਕੇ ਹਨ HIV ਨਾਲ, HIV AIDS ਦੇ ਨਾਲ, ਔਰ ਉਹ ਬੱਚੇ ਵੀ ਪੋਜ਼ਿਟਿਵ ਹਨ ਕਿਉਂਕਿ ਉਹਨਾਂ ਨੂੰ ਉਸ ਟਾਈਮ ਉਹ ਅਵੇਅਰਨੈਸ ਨਹੀਂ ਸੀ ਮਾਪਿਆਂ ਨੂੰ ਵੀ ਅਸੀਂ ਆਪਣੇ ਬੱਚੇ ਨੂੰ ਬਚਾ ਸਕਦੇ ਹਾਂ। ਲੇਕਿਨ
ਮਾੜੀ ਕਿਸਮਤ ਹੋਣ ਕਰਕੇ ਜਾਂ ਅਵੇਅਰਨੈਸ ਨਾ ਹੋਣ ਕਰਕੇ ਦੇਖ ਲਓ ਵੀ ਉਹ ਬੱਚੇ ਅੱਜ ਦੀ ਡੇਟ ਤੇ ਪੋਜ਼ਿਟਿਵ ਹਨ। ਕੋਈ ਆਪਣੇ ਰਿਲੇਟਿਵ ਕੋ ਰਹਿੰਦਾ ਹੈ, ਲੇਕਿਨ ਜੋ ਆਪਣੇ ਮਾਪਿਓ ਕੇਅਰ ਕਰ ਸਕਦੇ ਹਨ ਉਹ ਮਾਪਿਓ ਹੀ ਕੇਅਰ ਕਰ ਸਕਦੇ ਹਨ। ਤੇ ਉਹ ਬੱਚੇ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਹਨ, ਤਾਂ ਅਸੀਂ ਆਪਣੇ ਡੋਨਰਸ ਦੇ ਥਰੂ ਉਹਨਾਂ ਦੀ ਹੈਲਪ ਕਰਵਾਉਂਦੇ ਹਾਂ। ਟਾਈਮ ਤੇ ਉਹਨਾਂ ਨੂੰ ਅਸੀਂ ਨਿਊਟ੍ਰੀਸ਼ਨ, ਸਕੂਲ ਦੀਆਂ ਕਿੱਟਾਂ ਇਹ ਪ੍ਰੋਵਾਈਡ ਕਰਵਾਉਂਦੇ ਹਾਂ। ਜੀ, ਤੇ ਇਸੇ ਤਰ੍ਹਾਂ ਜੌਂਡਿਸ ਬਾਰੇ ਵੀ ਸਾਨੂੰ ਦੱਸੋ। ਜਿਹੜੇ HIV ਗ੍ਰਸਤ ਲੋਕ ਆ ਉਹਨਾਂ ਨੂੰ ਜੌਂਡਿਸ ਹੋ ਜਾਂਦਾ ਹੈ, ਵੀ ਕੀ ਕਾਰਨ ਬਣਦੇ ਆ ਔਰ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਹੁੰਦਾ ਹੈ? ਜੀ, HIV ਪੋਜ਼ਿਟਿਵ ਪਰਸਨ ਦੇ ਜ਼ਿਆਦਾਤਰ ਜਿਹਨਾਂ ਨੂੰ ਜੌਂਡਿਸ ਜਿਹੜਾ ਹੁੰਦਾ ਹੈ ਇਹਨਾਂ ਨੂੰ ਕਾਲਾ ਪੀਲੀਆ ਹੁੰਦਾ ਹੈ। ਅੱਛਾ ਜੀ। ਬਹੁਤ ਸਾਰੇ ਚਾਂਸਸ ਸਾਡੇ ਕੋਲ ਪੇਸ਼ੈਂਟ ਆ ਜਾਂਦੇ ਇਹੋ ਜਿਹੇ ਜਿਨ੍ਹਾਂ ਨੂੰ ਕਾਲਾ ਪੀਲੀਆ ਹੋ ਜਾਂਦਾ ਹੈ, ਔਰ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਅਗਰ ਕਾਲਾ ਪੀਲੀਆ ਦਾ ਇਲਾਜ ਸਮੇਂ ਸਿਰ ਨਹੀਂ ਲੈਂਦੇ ਤਾਂ ਇਨਸਾਨ ਦੀ ਬਹੁਤ ਜਲਦੀ ਡੈਥ ਹੋ ਜਾਂਦੀ ਹੈ। ਔਰ ਇਸ ਦਾ ਇਲਾਜ ਵੀ ਬਿਲਕੁਲ ਫ੍ਰੀ ਹੈ। ਅਗਰ ਸਾਡੇ ਸੈਂਟਰ ਵਿੱਚ ਕਾਲੇ ਪੀਲੀਏ ਦਾ ਵੀ ਟੈਸਟ ਹੁੰਦਾ ਹੈ, ਅਗਰ ਟੈਸਟ ਹੋਣ ਦੇ ਦੌਰਾਨ HIV ਪੋਜ਼ਿਟਿਵ ਪਰਸਨ ਨੂੰ ਕਾਲਾ ਪੀਲੀਆ ਆ ਜਾਂਦਾ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਬਸ ਇਹੀ ਹੈ ਵੀ ਜਿਹੜਾ ਇਲਾਜ ਹੈ ਉਹ ਸਮੇਂ ਸਿਰ ਹੋਵੇ। ਜੀ, ਠੀਕ ਹੈ। ਇਹ ਇਲਾਜ ਵੀ ਬਿਲਕੁਲ ਫ੍ਰੀ ਆਫ ਕਾਸਟ ਹੈ। ਇਹਦਾ ਜਿਹੜਾ ਇਲਾਜ ਹੈ 3 ਮਹੀਨੇ ਤੱਕ ਚੱਲਦਾ ਹੈ। ਜੀ, ਜੋ ਇਹਦਾ ਪ੍ਰੋਸੀਜਰ ਹੈ, ਜਿਵੇਂ ਕਿ ਅਸੀਂ ਇਹਦਾ ਟੈਸਟ ਕੀਤਾ, ਕਾਲਾ ਪੀਲੀਆ ਆ ਗਿਆ। ਕਾਲਾ ਪੀਲੀਆ ਹੋਣ ਤੋਂ ਬਾਅਦ ਅਸੀਂ ਉਹਦਾ ਵਾਇਰਲ ਲੋਡ ਦੇਖਦੇ ਹਾਂ। ਵਾਇਰਲ ਲੋਡ ਵੀ ਕਿੰਨਾ ਹੈ ਉਹਦੇ ਅੰਦਰ ਕਾਲਾ ਪੀਲੀਆ ਨਾ। ਅਗਰ ਉਹ ਕਾਲਾ ਪੀਲੀਆ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਹੈ ਤੇ ਟ੍ਰੀਟਮੈਂਟ ਉਹਦਾ ਸਟਾਰਟ ਹੁੰਦਾ ਹੈ 3 ਮਹੀਨੇ ਦਾ। 3 ਮਹੀਨੇ ਦਵਾਈ ਖਾਣ ਤੋਂ ਬਾਅਦ ਫਿਰ 3 ਮਹੀਨੇ ਉਹਦਾ ਟ੍ਰੀਟਮੈਂਟ ਬੰਦ ਕੀਤਾ ਜਾਂਦਾ ਹੈ। ਫਿਰ 3 ਮਹੀਨੇ ਬਾਅਦ ਟੈਸਟ ਦੁਬਾਰਾ ਦਿੱਤਾ ਜਾਂਦਾ ਹੈ। ਅਗਰ ਤਾਂ ਉਹਦੇ ਵਿੱਚ ਉਹਦਾ ਵਾਇਰਲ ਲੋਡ ਕੰਟਰੋਲ ਹੋ ਗਿਆ, ਠੀਕ ਹੈ, ਨਹੀਂ ਤਾਂ ਉਹ ਦੁਬਾਰਾ ਤੋਂ ਸਟਾਰਟ ਹੁੰਦਾ ਉਹਦਾ ਟ੍ਰੀਟਮੈਂਟ। ਬੱਚਿਆਂ ਦੀ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਜੇਕਰ ਬੱਚਾ ਜਿਹੜਾ HIV ਪੋਜ਼ਿਟਿਵ ਹੋਵੇ ਤੇ ਉਹਦੀ ਹੈਲਥ ਨਾਰਮਲ ਬੱਚੇ ਵਾਂਗ ਹੀ ਹੁੰਦੀ ਹੈ ਜਾਂ ਫਿਰ ਕੁਝ ਹੈਲਥ ਦੇ ਵਿੱਚ ਆਉਣ ਵਾਲੇ ਸਮੇਂ 'ਚ ਪ੍ਰੋਬਲਮ ਸਿੱਖੀਆਂ ਜਾ ਸਕਦੀਆਂ? ਨਹੀਂ ਮੈਮ, ਜੋ ਤੱਕ ਮੈਂ ਦੇਖਿਆ ਅੱਜ ਤੱਕ ਬਸ ਇਹ ਵੀ ਡਾਈਟ ਪ੍ਰੋਪਰ ਹੈ, ਮੈਡੀਸਨ ਟਾਈਮ ਨਾਲ ਲੈ ਰਿਹਾ ਹੈ, ਆਪਣਾ ਜਿਹੜਾ ਸਾਫ਼ ਸੁਥਰਾ ਨੀਟ ਐਂਡ ਕਲੀਨ ਤਰੀਕੇ ਨਾਲ ਨਹਾਣਾ ਧੋਣਾ, ਆਪਣੀ ਸਰੀਰ ਦੀ ਸਾਫ਼ ਸਫਾਈ, ਇਹ ਵੀ ਬਹੁਤ ਜ਼ਰੂਰੀ ਹੈ। ਇਹ ਵੀ ਬਹੁਤ ਜ਼ਿਆਦਾ ਮੈਟਰ ਰੱਖਦੀਆਂ ਹਨ ਇਹ ਚੀਜ਼ਾਂ ਦੇ ਵਿੱਚ। ਤੇ ਨਾਰਮਲ ਬੱਚੇ ਨੇ ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਉਹ ਨਹੀਂ ਹੈ। ਕਈ ਸਾਡੇ ਬੱਚੇ ਇਹੋ ਜਿਹੇ ਨੇ ਜਿਹੜੇ ਜਿਮ ਵਗੈਰਾ ਵੀ ਜੁਆਇਨ ਕੀਤੀ ਦੀ ਹੈ, ਔਰ ਕੁਝ ਬੱਚੇ ਇਹੋ ਜਿਹੜੇ ਐਥਲੀਟਸ ਵਗੈਰਾ ਵੀ ਆ ਰਹੇ ਨੇ। ਬਸ ਇਹ ਹੈ ਵੀ ਆਪਣਾ ਜਿਹੜਾ ਮੋਰਲ ਉਹਨੂੰ ਉੱਚਾ ਰੱਖਣਾ ਪੈਣਾ ਵੀ HIV ਹੋ ਗਈ ਤੇ ਕੋਈ ਨਹੀਂ, ਸੀ ਨਾਰਮਲ ਹੀ ਹੈ ਜੀ। ਤੇ ਸਮਾਂ ਬਹੁਤ ਥੋੜਾ ਹੈ, ਜਾਂਦੇ ਸਾਨੂੰ ਕਾਲੇ ਪੀਲੀਏ ਬਾਰੇ ਇਹ ਦੱਸੋ ਕਿ ਕਾਲੇ ਪੀਲੀਏ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਔਰ ਕਿਵੇਂ ਇੱਕ ਆਮ ਇਨਸਾਨ ਸਵਸਥ ਰਹਿ ਸਕਦਾ ਹੈ? ਜੀ, ਕਾਲੇ ਪੀਲੀਏ ਬਾਰੇ ਮੈਂ ਇਹ ਦੱਸਣਾ ਚਾਹਾਂਗਾ ਫਿਰ ਜਿਵੇਂ ਕਿ ਇਹਨੂੰ ਪਤਾ ਵੀ ਮੈਨੂੰ ਕਾਲਾ ਪੀਲੀਆ, ਉਹ ਕਿਸੇ ਦੇ ਨਾਲ ਆਪਣੀ ਜੂਠਾ ਨਾ ਸ਼ੇਅਰ ਕਰੇ, ਬਲੱਡ ਆਪਣੇ ਇੱਕ ਦੂਜੇ ਨਾਲ ਟੱਚ ਵਿੱਚ ਨਾ ਆਉਂਦੇ, ਜਿਸ ਨਾਲ ਕਾਲੇ ਪੀਲੀਏ ਤੋਂ ਬਚਿਆ ਜਾ ਸਕਦਾ ਹੈ। ਜੀ ਬਿਲਕੁਲ, ਔਰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਔਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਤੁਸੀਂ ਦੱਸਿਆ, ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੇ ਪੂਰਾ ਫਾਇਦਾ ਉਠਾਇਆ ਹੋਏਗਾ ਅੱਜ ਦੇ ਪ੍ਰੋਗਰਾਮ ਦਾ, ਔਰ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਹੋਏਗਾ ਉਹ ਵੀ ਅੱਜ ਤੁਹਾਨੂੰ ਪਤਾ ਲੱਗ ਗਈਆਂ। ਸੋ ਹੁਣ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਫੁੱਲ ਪਾਏ ਤੂੰ ਸਰਾਣੇ ਉੱਤੇ ਸੋਹਣੀਏ, ਦਸ ਉੱਤੇ ਦੀ ਕਢਾਈ ਕਰਕੇ ਸਾਰੇ ਦਿਨ ਦਾ ਥਕੇਵਾ ਮੇਰਾ ਲੱਥ ਜੇ, ਸਰਾਣੇ ਉੱਤੇ ਸਿਰ ਧਰ ਕੇ ਚਾਂਦੀ ਦੀਆਂ ਲੈਦੀ ਝੰਜਰਾਂ ਵੇ ਮੇਰੇ ਸੋਹਣਿਆ, ਮੈਂ ਛਮ ਨੱਚਦੀ ਫਿਰਾਂ। ਚਾਂਦੀ ਦੀਆਂ ਲੈਦੀ ਝੰਜਰਾਂ ਵੇ ਮੇਰੇ ਰਾਂਝਣਾ, ਮੈਂ ਛਮ ਨੱਚਦੀ ਫਿਰਾਂ। ਫੁੱਲ ਪਾਏ ਤੂੰ ਸਰਾਣੇ ਉੱਤੇ ਸੋਹਣੀਏ, ਦਸ ਉੱਤੇ ਦੀ ਕਢਾਈ ਕਰਕੇ ਸਾਰੇ ਦਿਨ ਦਾ ਥਕੇਵਾ ਮੇਰਾ ਲੱਥ ਜੇ, ਸਰਾਣੇ ਉੱਤੇ ਸਿਰ ਧਰ ਕੇ। ਰੁਮਕਦੀ ਪੌਣ ਅਤੇ ਤਾਰਿਆਂ ਦੀ ਲੋਨੀ, ਆਸੇ ਪਾਸੇ ਚਾਰੇ ਪਾਸੇ ਤੇਰੀ ਖੁਸ਼ਬੂ ਨੀ, ਆਸੇ ਪਾਸੇ ਚਾਰੇ ਪਾਸੇ ਤੇਰੀ ਖੁਸ਼ਬੂ ਚੰਨ ਚਾਨਣੀ ਨੇ ਰੂ ਰੋਸ਼ਨਾਈ, ਅੰਬਰਾਂ ਚੋਂ ਚਰ ਕੇ ਸਾਰੇ ਦਿਨ ਦਾ ਥਕੇਵਾ